ਦਿਉਹਾੜੀ ਸਤਵਾਰ ਜਿਨ ਮਾਨਸ ਤੇ ਤੇਰ ਟੇਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਸਤਿਨਾਮ ਧੰਨ ਵਾਹਿਗੁਰੂ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰੂ ਆਖੈ ਸੱਚਾ ਕਰੇ ਸਭ ਬਾਤ ਹੋਵੈ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਓ ਮਤ ਖੜੀ ਮਸਕਲੈ ਹੋਏ ਜੰਗਾਲੀ ਦਰ ਦਰ ਵੇਸ ਖਸਮਦੈ ਨਾਇ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਆਪਾਂ ਰਾਮਕਲੀ ਕੀ ਵਾਰ ਦੇ ਨਾਲ ਸਾਂਝ ਪਾ ਰਹੇ ਹਾਂ, ਉਸ ਦੀ ਤੀਸਰੀ ਪੌੜੀ ਹੈ। ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਦਾਸ ਵਿਚਾਰ ਕਰਨ ਲਈ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਮਨ ਦੇ ਵਿੱਚ ਇੱਕ ਗੱਲ ਆ ਰਹੀ ਸੀ। ਅਸੀਂ ਜਪਜੀ ਸਾਹਿਬ ਦੀ ਇੱਕ ਪੌੜੀ ਜਿਹੜੀ ਹੈ ਉਹ ਅਸੀਂ ਪੜ੍ਹਦੇ ਹਾਂ। ਉਹ ਪੌੜੀ ਸਿਫਤ ਔਰ ਸਲਾਹ ਦੀ ਹੈ।
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਿਹੜੇ ਪਰਮਾਤਮਾ ਦੀ ਸਿਫਤ ਔਰ ਸਲਾਹ ਜਿਹੜੀ ਕਰਦੇ ਹਨ, ਉਹਨਾਂ ਦੀ ਇੱਕ ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹ ਸਿਫਤ ਕਰਦਿਆਂ ਕਰਦਿਆਂ ਆਪਣੇ ਖਸਮ ਦੇ ਨਾਲ ਇੱਕ ਮਿਕ ਹੋ ਜਾਂਦੇ ਹਨ। ਮਹਾਰਾਜ ਉਹਨਾਂ ਦਾ ਬਚਨ ਹੈ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਸਲਾਹੀ ਸਲਾਹੇ, ਕਹਿੰਦੇ ਉਸ ਸਲਾਹੁਣ ਯੋਗ ਪਰਮਾਤਮਾ ਦੀ ਕਹਿੰਦੇ ਸਿਫਤ ਕਰ। ਸਲਾਹੀ ਸਲਾਹੇ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਹ ਪਵੈ ਸਮੁੰਦ ਨ ਜਾਣੀਐ। ਕਹਿੰਦੇ ਜਿਸ ਤਰ੍ਹਾਂ ਨਦੀਆਂ ਤੇ ਵਾੜੇ ਜਦੋਂ ਸਮੁੰਦਰ ਦੇ ਵਿੱਚ ਪੈਂਦੇ ਹਨ, ਸਮੁੰਦਰ ਦੇ ਵਿੱਚ ਉਹਨਾਂ ਦਾ ਪਾਣੀ ਜਿਹੜਾ ਸਮੁੰਦਰ ਦੇ ਪਾਣੀ ਦੇ ਨਾਲ ਇੱਕਮਿਕ ਹੁੰਦਾ ਹੈ, ਇੱਕਮਿਕ ਹੋਣ ਤੋਂ ਬਾਅਦ ਕੋਈ ਬਾਅਦ ਵਿੱਚ ਇਹ ਨਹੀਂ ਕਹਿ ਸਕਦਾ ਕਿ ਇਹ ਪਾਣੀ ਸਮੁੰਦਰ ਦਾ ਹੈ ਜਾਂ ਇਹ ਪਾਣੀ ਨਦੀਆਂ ਦਾ ਹੈ, ਕਿਉਂਕਿ ਦੋਨਾਂ ਦਾ ਪਾਣੀ ਇੱਕਮਿਕ ਹੋ ਗਿਆ। ਮਹਾਰਾਜ ਕਹਿੰਦੇ ਇਹ ਹੋਇਆ ਕਿਸ ਤਰ੍ਹਾਂ? ਸਲਾਹੀ ਸਲਾਹੇ, ਉਸ ਪਰਮਾਤਮਾ ਦੀ ਕਹਿੰਦੇ ਸਿਫਤ ਕਰ ਜਿਹੜਾ ਸਲਾਹੁਣ ਯੋਗ ਹੈ, ਤੇ ਫਿਰ ਤੇਰੀ ਅਵਸਥਾ ਉਸ ਨਦੀਆਂ ਤੇ ਨਿੱਕੇ ਨਿੱਕੇ ਜਿਹੜੇ ਵਾਹੜੇ ਹੈ, ਨਾਲੇ ਹੈ, ਉਹਨਾਂ ਦੀ ਅਵਸਥਾ ਬਣ ਜਾਵੇਗੀ। ਉਹਨਾਂ ਵਾਂਗੂ ਤੂੰ ਕਹਿੰਦੇ ਸਮੁੰਦਰ ਦੇ ਪਾਣੀ ਵਿੱਚ ਇੱਕਮਿਕ ਹੋ ਜਾਵੇਗਾ, ਤੇ ਕੋਈ ਬਾਅਦ ਵਿੱਚ ਜਦੋਂ ਉਹ ਚੋਂ ਪਾਣੀ ਭਰੇਗਾ ਤੇ ਪਾਣੀ ਭਰ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਪਾਣੀ ਮੈਂ ਸਮੁੰਦਰ ਦਾ ਲਿਆ ਜਾਂ ਇਹ ਪਾਣੀ ਨਦੀਆਂ ਦਾ ਹੈ। ਮਹਾਰਾਜ ਫਰਮਾਉਂਦੇ ਸਲਾਹੀ ਸਲਾਹੇ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਹ ਪਵੇ ਸਮੁੰਦ ਨਾ ਜਾਣੀਏ। ਇੱਕ ਹੋਰ ਬੜਾ ਪਿਆਰਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਉਹ ਵੀ ਮਹਾਰਾਜ ਕਹਿੰਦੇ ਹੈ ਕਿ ਜੇਕਰ ਤੂੰ ਪਰਮਾਤਮਾ ਦੇ ਘਰ ਤੋਂ ਟੁੱਟਿਆ ਹੋਇਆ ਹੈ, ਜੇਕਰ ਤੂੰ ਪਰਮਾਤਮਾ ਦੇ ਦਰ ਤੋਂ ਵਿਛੜਿਆ ਹੋਇਆ ਹੈ, ਤੇ ਸਿਰਫ ਕਹਿੰਦੇ ਇੱਕ ਕੰਮ ਕਰ। ਉਹ ਕੰਮ ਕੀ ਹੈ? ਉਹ ਕੰਮ ਹੈ ਉਹਦੀ ਸਿਫਤ ਤੇ ਸਲਾਹ ਦੇ ਵਿੱਚ ਕਹਿੰਦੇ ਜੁੜ ਜਾ। ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਿਫਤ ਤੇ ਸਲਾਹ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਦੋ ਤਿੰਨ ਉਦਾਹਰਨਾਂ ਦਿੰਦੇ ਹਨ। ਮਹਾਰਾਜ ਦਾ ਬਚਨ ਹੈ, ਕਹਿਆ ਕੰਚਨ ਟੁੱਟੇ ਸਾਰ। ਜਿਸ ਤਰ੍ਹਾਂ ਕਹਿੰਦੇ ਕਹੇ ਦਾ ਕਹਿੰਦੇ ਬਰਤਨ ਹੈ ਤੇ ਸੋਨਾ ਹੈ, ਕਹਿੰਦੇ ਜਦੋਂ ਇਹ ਦੋਨੋਂ ਕਹਿੰਦੇ ਟੁੱਟ ਜਾਂਦੇ ਹਨ ਤੇ ਕਹੇ ਦੇ ਬਰਤਨ ਨੂੰ ਅਸੀਂ ਫਿਰ ਸਾਡੇ ਪੁਰਾਤਨ ਪਿੰਡਾਂ ਦੇ ਵਿੱਚ ਕਲੀ ਕਰਨ ਵਾਲੇ ਆਇਆ ਕਰਦੇ ਸਨ। ਉਹ ਕਹੇ ਦੇ ਬਰਤਨ ਨੂੰ ਗਰਮ ਕਰਕੇ ਜਿੱਥੋਂ ਕਹੇ ਦਾ ਬਰਤਨ ਟੁੱਟਾ ਹੁੰਦਾ ਸੀ ਉਹਨੂੰ ਉੱਥੇ ਟਾਂਕਾ ਲਾ ਕੇ ਉਹਨੂੰ ਉੱਥੋਂ ਜੋੜ ਦਿੰਦੇ ਸਨ। ਇਸੇ ਤਰ੍ਹਾਂ ਸੋਨੇ ਦਾ ਗਹਿਣਾ ਜਦੋਂ ਟੁੱਟ ਜਾਂਦਾ ਹੈ ਤੇ ਅਸੀਂ ਉਸ ਗਹਿਣੇ ਨੂੰ ਸੁਨਿਆਰੇ ਦੇ ਕੋਲ ਲੈ ਕੇ ਜਾਂਦੇ ਹਾਂ, ਤੇ ਸੁਨਿਆਰਾ ਕੀ ਕਰਦਾ? ਜਿੱਥੋਂ ਸੋਨੇ ਦਾ ਗਹਿਣਾ ਟੁੱਟ ਗਿਆ ਉੱਥੇ ਉਹ ਉਹਦਾ ਟਾਂਕਾ ਲਾ ਦਿੰਦਾ ਹੈ, ਜਿਹਦੇ ਕਰਕੇ ਉਹ ਜੁੜ ਜਾਂਦਾ ਹੈ। ਮਹਾਰਾਜ ਫਰਮਾਉਂਦੇ ਹਨ, ਕਹਿਆ ਕੰਚਨ ਟੁੱਟੇ ਸਾਰ। ਜਿਸ ਤਰ੍ਹਾਂ ਕਹਿੰਦੇ ਲੋਹੇ ਦਾ ਭਾਂਡਾ, ਸਾਰ ਦਾ ਅਖਰੀ ਅਰਥ ਹੈ ਲੋਹਾ, ਜਿਸ ਤਰ੍ਹਾਂ ਲੋਹਾ ਵੀ ਕਹਿੰਦੇ ਟੁੱਟ ਜਾਂਦਾ ਹੈ ਤੇ ਇਸ ਲੋਹੇ ਨੂੰ ਅਸੀਂ ਕਹਿੰਦੇ ਲੋਹਾਰ ਦੇ ਕੋਲ ਲੈ ਕੇ ਜਾਂਦੇ ਹਾਂ, ਤੇ ਲੋਹਾਰ ਇਹਨਾਂ ਨੂੰ ਅੱਗ ਦੇ ਵਿੱਚ ਪਾ ਕੇ ਇਹਨਾਂ ਨੂੰ ਫਿਰ ਦੁਬਾਰਾ ਜੋੜ ਦਿੰਦਾ ਹੈ। ਕਹਿਣ ਤੋਂ ਭਾਵ ਕਹਿ ਦਾ ਭਾਂਡਾ, ਸੋਨੇ ਦਾ ਗਹਿਣਾ, ਲੋਹੇ ਦਾ ਬਰਤਨ ਜਦੋਂ ਟੁੱਟ ਜਾਵੇ ਇਹਨਾਂ ਨੂੰ ਅਸੀਂ ਫਿਰ ਦੁਬਾਰਾ ਜੋੜ ਲੈਂਦੇ ਹਾਂ। ਲੋਹੇ ਦੇ ਬਰਤਨ ਨੂੰ ਲੋਹਾਰ ਕੋ ਲੈ ਕੇ ਜਾਂਦੇ ਹਾਂ, ਗਹਿਣੇ ਨੂੰ ਅਸੀਂ ਸੁਨਿਆਰ ਕੋ ਲੈ ਕੇ ਜਾਂਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਤੂੰ ਵੀ ਕਹਿੰਦੇ ਪਰਮਾਤਮਾ ਤੋਂ ਟੁੱਟਿਆ ਹੋਇਆ ਹੈ, ਤੇਰੀ ਪਰਮਾਤਮਾ ਤੋਂ ਵਿੱਥ ਪਈ ਹੋਈ ਹੈ, ਉਸ ਵਿੱਥ ਦੇ ਵਿੱਚ ਸਿਫਤ ਤੇ ਸਲਾਹ ਦਾ ਕਹਿੰਦੇ ਟੰਕਾ ਲਾ, ਸਿਫਤ ਤੇ ਸਲਾਹ ਦਾ ਕਹਿੰਦੇ ਜੋੜ ਲਾ। ਜਦੋਂ ਤੂੰ ਉਸ ਵਿੱਥ ਦੇ ਵਿੱਚ ਸਿਫਤ ਤੇ ਸਲਾਹ ਦਾ ਟੰਕਾ ਲਾਵੇਂਗਾ ਨਾ, ਤੇ ਤੇਰੀ ਪਰਮਾਤਮਾ ਦੇ ਦਰਬਾਰ ਦੇ ਨਾਲ ਕਹਿੰਦੇ ਬਣ ਆ ਜਾਵੇਗੀ। ਮਹਾਰਾਜ ਦਾ ਬਚਨ ਹੈ, ਕਹਿਆ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਤੇ ਮਹਾਰਾਜ ਕਹਿੰਦੇ ਹੈ
कि सिफती ओदी सिफत कर, सिफती जदों तू ओदी करेगा, ओदी सलाह करेगा ते तेरी परमात्मा दे दरबार दे नाल कहंदे तेरी गंढ जिहड़ी है सिफती गंढ पवे दरबार, तेरी परमात्मा दे दरबार दे नाल कहंदे सिफत ते सलाह जिहड़ी है तेरी जोड़ जिहड़ी है तू ओदे नाल जुड़ जावेगा। बाबा बलवंड जी ने भी, बाबा सत्ता जी ने भी धन धन गुरु नानक देव जी महाराज तो लै करके गुरु अर्जुन देव जी महाराज तक उन्होंने दी सिफत ते सलाह और उस परिपूर्ण परमात्मा दे चरनां दे विच अपनी सुरत लाई, जिहदे करके उन्होंने दी गुरु घर दे नाल प्रीति जिहड़ी है वो बन गई। अज दा जो वचन है, अज दे वचन दियां आरंभ वालियां पंक्तियां तीसरी पौड़ी जो आपां विचारन जा रहे हां, जिन कीती सो मनना को साल जिवाहे साली। पहला आपां इहदे अखरी अर्थ कर लईए, जिन कीती जिसने घाल कमाई कीती है, सो मनना ओही दुनिया दे विच मनण दे योग है, उन्नू ही दुनिया मनदी है। फिर अगे कहते हैं को साल, इन्हां दे विचों कहंदे कौन श्रेष्ठ है। साल दा अखरी अर्थ है श्रेष्ठ, जिवाहे साली। हुण एक जिवां दा बूटा हुंदा ते एक साली दा बूटा हुंदा। साली दे अखरी अर्थ करांगे मूंजी, साली दे अखरी अर्थ करांगे चौल। इन्हां दे बूटियां दे विचों किहड़ा बूटा श्रेष्ठ है। पहला आपां जिहड़ी इहदी इस पंक्ति का जिहड़ा पहला वाला हिस्सा आपां ओहदी विचार करते हैं। जिन कीती सो मनना, जिन्ने कहंदे घाल कमाई कीती है ना, ओहदा ही दुनिया दे विच नां है। जिहड़ा अपने गुरु दे दसे हुए सिद्धांत ते चल के घाल कमाई करता है, उन्नू ही दुनिया फिर कहंदे मनदी है। आओ आपां दो चार उदाहरण लईए। असीं देखदे हां, असीं अपनियां गड्डियां दे विच डीजल, पेट्रोल या घरां दे विच मिट्टी दा तेल या घरां दे विच LPG गैस वरतदे हां। हुण इह देखो जिहड़ियां गैस है, इन्हां नूं पहुंचण तक, साडे तक पहुंचण तक कई हज़ारां साल दी घाल ते कमाई जिहड़ी है वो करनी पैंदी है। ਇਹ ਜਿਹੜੇ ਜੀਵ ਜੰਤੂ ਹਨ, ਜਿਹੜੇ ਸਾਡੇ ਧਰਤੀ ਦੇ ਦਰਖਤ ਜਿਹੜੇ ਟੁੱਟਦੇ ਹਨ, ਉਹ ਜਦੋਂ ਧਰਤੀ ਦੇ ਹੇਠਾਂ ਦੱਬੇ ਜਾਂਦੇ ਹਨ, ਕਈ ਸਾਲ ਬਿਨਾ ਹਵਾ ਤੋਂ, ਬਿਨਾ ਆਕਸੀਜਨ ਤੋਂ, ਉਹ ਤਲ ਛਟੀ ਜਿਹੜੀਆਂ ਚਟਾਨਾਂ ਜਾਂ ਇੰਜ ਕਹਿ ਲਈਏ ਧਰਤੀ ਦੇ ਭਾਰ ਦੇ ਥੱਲੇ ਕਈ ਸਾਲ ਤੱਕ ਪਈਆਂ ਰਹਿੰਦੀਆਂ। ਫਿਰ ਜਦੋਂ ਧਰਤੀ ਦੇ ਉੱਪਰ ਟੋਆ ਕੱਢਿਆ ਜਾਂਦਾ ਹੈ, ਬੋਰ ਕੀਤਾ ਜਾਂਦਾ ਹੈ, ਜਾਂ ਇੰਜ ਕਹਿ ਲਓ ਸਮੁੰਦਰ ਦੇ ਪਾਣੀ ਦੇ ਵਿੱਚ ਜਦੋਂ ਬੋਰ ਡਰਿਲ ਕੀਤਾ ਜਾਂਦਾ, ਫਿਰ ਉਹਨਾਂ ਚੋਂ ਜਿਹੜਾ ਪੈਟਰੋਲ ਹੈ ਜਾਂ ਤੇਲ ਹੈ ਉਹ ਨਿਕਲਦਾ। ਕਹਿਣ ਤੋਂ ਭਾਵ ਜਿੰਨੇ ਘਾਲ ਕਮਾਈ ਕੀਤੀ ਹੋਵੇ ਉਹਦਾ ਹੀ ਦੁਨੀਆ ਦੇ ਵਿੱਚ ਨਾਮ ਜਿਹੜਾ ਮੰਨਿਆ ਜਾਂਦਾ ਹੈ। ਨੰਬਰ 1 ਉਦਾਹਰਣ। ਦੂਜੀ ਉਦਾਹਰਣ, ਅਸੀਂ ਦੀਵੇ ਦੇ ਵਿੱਚ ਤੇਲ ਬਾਲਦੇ ਹਾਂ। ਉਹ ਤੇਲ ਜਿਹੜਾ ਆਪਣੇ ਆਪ ਨੂੰ ਸੇਕ ਦੇ ਕੇ ਸੜਦਾ ਹੈ। ਜਦੋਂ ਉਹ ਸੜਦਾ ਹੈ ਨਾ, ਉਹ ਆਪਣੀ ਉਹਦੀ ਇੱਕ ਸੜਨਾ ਇੱਕ ਉਹਦੀ ਘਾਲ ਕਮਾਈ ਹੈ। ਉਹਦੀ ਜਦੋਂ ਘਾਲ ਕਮਾਈ ਹੁੰਦੀ ਹੈ ਤੇ ਦੀਵੇ ਦੀ ਬੱਤੀ ਜਿਹੜੀ ਹੈ ਉਹ ਰੋਸ਼ਨੀ ਪੈਦਾ ਕਰਦੀ ਹੈ। ਇਸੇ ਤਰ੍ਹਾਂ ਤੇਲ ਦਾ ਸੜਨਾ ਦੀਵੇ ਦੇ ਵਿੱਚ ਇਹ ਇੱਕ ਘਾਲ ਕਮਾਈ ਹੈ ਤੇ ਉਹ ਫਿਰ ਜਿਹੜੀ ਬੱਤੀ ਹੈ ਉਹ ਰੋਸ਼ਨੀ ਪੈਦਾ ਕਰਦੀ ਹੈ। ਤੇ ਜਦੋਂ ਰੋਸ਼ਨੀ ਪੈਦਾ ਘਰ ਦੇ ਵਿੱਚ ਹੁੰਦੀ ਹੈ ਤੇ ਘਰ ਵਾਲਿਆਂ ਨੂੰ ਉਹਦਾ ਸੁੱਖ ਮਿਲਦਾ। ਇਸੇ ਤਰ੍ਹਾਂ ਜਿਹੜੀ ਆਪਾਂ ਪਹਿਲਾ ਉਦਾਹਰਨ ਲਈ ਸੀ, ਉਹ ਡੀਜ਼ਲ, ਮਿੱਟੀ ਦਾ ਤੇਲ ਕਿੰਨੇ ਸਾਲਾਂ ਤੱਕ ਧਰਤੀ ਦੇ ਥੱਲੇ ਬਿਨਾ ਹਵਾ ਤੋਂ, ਬਿਨਾ ਆਕਸੀਜਨ ਤੋਂ ਦੱਬਿਆ ਪਿਆ, ਲੇਕਿਨ ਜਦੋਂ ਉਹਨੂੰ ਪੱਟ ਕੇ ਬਾਹਰ ਡਰਿਲ ਕਰਕੇ ਬਾਹਰ ਕੱਢਿਆ ਜਾਂਦਾ, ਫਿਰ ਜਿਹੜਾ ਵੀ ਉਹਨਾਂ ਨੂੰ ਵਰਤਦਾ ਹੈ ਉਹ ਸੁਖੀ ਹੁੰਦਾ ਹੈ। ਦੂਸਰੀ ਉਦਾਹਰਣ, ਅਸੀਂ ਪੁਰਾਤਨ ਸਮੇਂ ਦੇ ਵਿੱਚ ਕਲਮ ਦੇ ਨਾਲ ਸਕੂਲਾਂ ਵਿੱਚ ਲਿਖਦੇ ਸਾਂ। ਕਲਮ ਦੇਖੋ, ਜਦੋਂ ਕਲਮ ਲਈ ਜਾਂਦੀ ਹੈ ਉਹ ਇੱਕ ਲੱਕੜ ਹੁੰਦੀ ਹੈ, ਲੇਕਿਨ ਉਸ ਲੱਕੜ ਨੂੰ ਪਹਿਲਾਂ ਅੱਗੋਂ ਤਿੱਖਾ ਤਰੀਕੇ ਦੇ ਨਾਲ ਉਹਨੂੰ ਘੜਿਆ ਜਾਂਦਾ ਹੈ। ਉਹ ਲੱਕੜ ਨੂੰ ਤਕਲੀਫ ਤਾਂ ਹੁੰਦੀ ਹੈ ਜੇ ਆਪਾਂ ਸਮਝ ਲਈਏ, ਲੇਕਿਨ ਉਹ ਤਕਲੀਫ ਨੂੰ ਸਹਾਰਦੀ ਹੋਈ ਵੀ ਉਹ ਘੜੀ ਜਾਂਦੀ ਹੈ। ਇਹ ਉਹਦੀ ਘਾਲ ਕਮਾਈ ਹੈ। ਤੇ ਜਦੋਂ ਉਹ ਲੱਕੜ ਘੜੀ ਜਾਂਦੀ ਹੈ, ਫਿਰ ਉਸੇ ਕਲਮ ਦੇ ਨਾਲ, ਉਸੇ ਲੱਕੜ ਦੇ ਨਾਲ ਅਸੀਂ ਕਾਗਜ਼ ਦੇ ਉੱਪਰ ਸੁੰਦਰ ਸੁੰਦਰ ਹਰੂਫ, ਇੱਥੋਂ ਤੱਕ ਕਲਮ ਦੇ ਨਾਲ ਤੇ ਬਾਣੀ ਵੀ ਗੁਰੂ ਸਾਹਿਬਾਨਾਂ
ने लिखी। इस लिए महाराज ने गुरु ग्रंथ साहब दे विच कलम नूं भी धनता दे योग किया। धन भांडा तन मस, तन लिखारी नानका जिन नाम लिखाया सच, धन सो कागद। महाराज कहते पूरा श्लोक है गुरु नानक साहब जी का। धन सो कागद कलम धन, तन भांडा तन मस, तन लिखारी नानका जिन नाम लिखाया सच। अगे चलिए चौथी उदाहरण, सिर्फ आपां ये पंक्ति लै रहे। जिन कीती सो मनना, जिन्हें घाल कमाई की है ना, ਉਹਨੂੰ ही दुनिया के विच जिहड़े संसार के लोग है ना, ਉਹਨੂੰ ही मनणगे, ਉਹਦੀ ही पूजा करनगे। वेलड़ियां दी इत्थे कोई थां नहीं है। मैं चौथी उदाहरण दिया। एक मां दे पेट दे विच जदों बच्चा पैंदा है, जिस दिन तो ਉਹਦੇ पेट दे विच बच्चा पै जांदा, ਉਹ 9 ਤੋਂ 10 महीने की ਉਹਦੀ घाल कमाई है। ਉਹਨੂੰ ਕਿਹਾ ਜਾਂਦਾ कि धीए तू आ खाना ते आ नहीं खाना, धीए तू इत्थे जाना ते इत्थे नहीं जाना, तू उच्चे थां जाना ते नीवे थां नहीं जाना। ये सारी ओदी 8 तो 9 महीने की घाल कमाई है। फिर जिस दिन ओदा आखिरी समा हुंदा, जिस दिन वो जीव जिहड़ा ओदे अंदर पल लिया, जिस दिन ओदा समा आउंदा इस रूहे जमीन ते आउण दा, उस दिन वो जिहड़ी मां है वो एक मौत ते जीवन दे विचकार दे समय नूं जिहड़ी गुजारदी, ये ओदी एक घाल कमाई। वो दुख ते तकलीफां 8-9 महीने लगातार सह लैंदी, लेकिन जदों वो जीव पैदा हुंदा फिर वो मां भी सुखी हुंदी है ते ओदे घर वाले भी जिहड़े वो भी सुखी हुंदे। मेरे कहण तो बाद महाराज फरमाउंदे जिन कीती सो मनना, जिन्हें घाल कमाई कीती है ना, ओदा ही समाज दे विच सत्कार है, उन्नू ही मन्निया जाता है। धन धन गुरु अंगद देव जी महाराज ने गुरु नानक साहब के दसे हुए सिद्धांतां दे उपर शब्द का प्रचार किया, शब्द नूं आराध्या, शब्द नूं ध्याया। उन्होंने जिस तरीके नाल गुरु नानक देव जी ने प्रचार किया, उस तरीके नाल प्रचार ते प्रसार अगे वधाया, शब्द का लंगर अगे वंडिया। ते फिर महाराज कहते जिन कीती सो मनना, फिर उन्होंने भी कहते मन्निया जान लग पिया। हुण बाणी कहती है जेड़ा मन्निया जाता है, असी मन्निया दियां पौड़ियां पढ़ते हाँ। महाराज कहते मन्ने की गत कही ना जाए, जिन्नू फिर दुनिया मन लेंदी है ना, जेड़ा अपने गुरु दे चले हुए रस्ते ते चल के गुरु दे सिद्धांत नू मन लेंदा है, फिर ओदी अवस्था नू कोई बयान नहीं कर सकता। मन्ने की गत कही ना जाए, ते जे कोई कहना चाहे, महाराज कहते जे को कहे पिछे पछताए, वो सिर्फ कहते पछता सकता, पर ओदा पूरा ज्ञान, ओदा जिहड़ा पूरा विख्यान वो नहीं कहते कर सकता। जिन कीती सो मनना, मन्ने की गत कही ना जाए, जे को कहे पिछे पछताए। ते जेकर कोई कहे कि मैं कागज दे नाल ओदी सिफत लिख दियां, कलम लैके सिफत लिख दियां, महाराज कहते मन्ने की गत कही ना जाए, जे को कहे पिछे पछताए। कागज कलम न लिखन हार, ना ते कागज कोई ऐसा समर्थ है, ना कोई कलम ऐसी समर्थ है जेड़ा ओदे जीवन की पूरी विख्यान कर सकता। मैं कई बार सोचता हुन्ना, असी गुरु साहिबाना का इतिहास ते पढ़ते हाँ, ते इतिहास लिखिया भी साडे अपनिया ने, पर जिस अवस्था ते गुरु साहिबाना ने अपने जीवन नू, अपनी जिंदगी नू, अपनी हयाती दे विच वो जीवे हन, उस अवस्था नू बयान करना बहुत मुश्किल है। महाराज कहते मन्ने की गत कही ना जाए, जे को कहे पिछे पछताए। कागज कलम ना लिखन हार, ते फिर असी की कर सकते हैं? कहते मन्ने का वह करन विचार। सिर्फ 4 बंदे इकट्ठे हो जो, 10 बंदे इकट्ठे हो जो, 10 जीव इकट्ठे हो जो, ते सिर्फ ओदी आपां एक विचार ही कर सकते हाँ। मन्ने का वह करन विचार। महाराज अज फरमाउंदे जिन कीती सो मनना, जिन्हें अपने गुरु दे दसे हुए रस्ते ते चल पिया ना, जिन कीती सो मनना, उन्नू ही फिर कहते उही मनन योग है। अगे महाराज फरमाउंदे को साल
इन्हां चों कहंदे कौन श्रेष्ठ है। महाराज इत्थे सवाल पाते हैं, को साल जिवाहे साली। जिवाहे की है? जिवाहे जदों समुंदर दा पानी जां हड़ दा पानी अपनी जिहड़ी मर्यादा तो बाहर होके जमीन दे उपर आउंदा ते उस समुंदर दे पानी दे नाल मिट्टी भी आउंदी, ਉਹ ਮਿੱਟੀ ਦੇ ਵੱਡੇ ਵੱਡੇ ਢੇਰ ਲੱਗ ਜਾਂਦੇ। ਉਹਨਾਂ ਢੇਰਾਂ ਦੇ ਉੱਪਰ ਇੱਕ ਕੰਡਿਆਲੀ ਬੂਟਾ ਜਿਹੜਾ ਪੈਦਾ ਹੁੰਦਾ ਜਿਹਨੂੰ ਕਿਹਾ ਜਾਂਦਾ ਜਿਵਾਹਾ। ਹੁਣ ਉਹ ਉੱਚੇ ਥਾਂ ਤੇ ਪੈਦਾ ਹੋਇਆ। ਹੁਣ ਦੂਸਰਾ ਸ਼ਬਦ, ਹੁਣ ਇਹ ਜਵਾਹੇ ਦੇ ਬਾਰੇ ਹੋਰ ਵਿਚਾਰ ਕਰ ਲਈਏ। ਇਹ ਜਵਾਹੇ ਦੀ ਐਸੀ ਮਾੜੀ ਕਿਸਮਤ ਹੈ, ਇਹ ਧੁੱਪ ਦੇ ਵਿੱਚ ਤੇ ਪੁੰਗਰਦਾ, ਪਰ ਜਦੋਂ ਬਾਰਿਸ਼ ਹੁੰਦੀ ਹੈ ਤੇ ਇਹ ਸੜ ਜਾਂਦਾ ਹੈ। ਇਹਦਾ ਮਤਲਬ ਜਦੋਂ ਇੱਥੇ ਪਾਣੀ ਪੈਂਦਾ ਇਹ ਸੜ ਜਾਂਦਾ। ਜਵਾਹੇ ਦਾ ਬੂਟਾ ਹੁੰਦਾ ਉੱਚੀ ਥਾਂ ਤੇ। ਹੁਣ ਦੂਸਰਾ ਮਹਾਰਾਜ ਨੇ ਸ਼ਬਦ ਲਿਆ ਸਾਲੀ। ਜਿਹੜਾ ਸਾਲੀ ਸ਼ਬਦ ਹੈ ਨਾ, ਇਹ ਕਸ਼ਮੀਰ ਦੀ ਭਾਸ਼ਾ ਦੇ ਵਿੱਚ ਜਿਹੜੀ ਮੂੰਜੀ ਹੈ ਜਾਂ ਜਿਹੜਾ ਚੌਲ ਹੈ ਜਾਂ ਜਿਹੜਾ ਧਾਨ ਹੈ ਉਹਨੂੰ ਸਾਲੀ ਕਿਹਾ ਜਾਂਦਾ। ਆਪਣੀ ਪੰਜਾਬ ਦੀ ਭਾਸ਼ਾ ਵਿੱਚ ਨਹੀਂ, ਦੁਆਬੇ ਦੀ ਭਾਸ਼ਾ ਵਿੱਚ ਨਹੀਂ, ਇਹ ਕਸ਼ਮੀਰ ਦੀ ਭਾਸ਼ਾ ਦੇ ਵਿੱਚ ਸਾਲੀ ਜਿਹੜਾ ਸ਼ਬਦ ਹੈ ਉਹ ਮੂੰਜੀ ਨੂੰ ਕਿਹਾ ਜਾਂਦਾ। ਹੁਣ ਮੂੰਜੀ ਜਿਹੜੀ ਹਮੇਸ਼ਾ ਹੀ ਨੀਵੇਂ ਥਾਂ ਤੇ ਉੱਗਦੀ, ਔਰ ਮੂੰਜੀ ਹਮੇਸ਼ਾ ਹੀ ਜਿੰਨੀ ਦੇਰ ਤੱਕ ਮੂੰਜੀ ਨੂੰ ਬੀਜਦੇ ਆ, ਪਹਿਲਾਂ ਉਹਦੀ ਪਨੀਰੀ ਬੀਜਦੇ ਆ ਤਾਂ ਉਹ ਪਾਣੀ ਦੇ ਵਿੱਚ, ਫਿਰ ਪਨੀਰੀ ਨੂੰ ਪੱਟ ਕੇ खुले खेत दे विच पूंजी नूं बीजदे तां वो पानी दे विच। कहण तो भाव जदों तक मूंजी दे बूटियां नूं दाणे नहीं लग जांदे उदों तक वो पानी विच ही डुबियां रहिंदियां और रहिंदियां भी नीवी थां ते। हुण महाराज इत्थे कहंदे इन्हां चों फिर कौन श्रेष्ठ है? कहंदे जिवाहा जिहड़ा उच्ची थां ते उगदा, धुप दे विच पंगरदा ते कहंदे जदों बारिश हुंदी है ते उदों कहंदे वो सड़ जांदा, जां कहंदे मूंजी। ते इहदा जवाब होवेगा कि जिहड़ी मूंजी है जिहड़ी नीवें थां ते है वो जिहड़ी है वो फल दिंदी है। हुण की इत्थे महाराज जिवाहे ते साली दी उदाहरण किनू दे रहे हैं? महाराज कहंदे साली है धन धन गुरु अंगद देव जी महाराज, जिन्हां दे अंदर निमरता है। ते जिवाहे हन बाबा श्री चंद ते बाबा लक्ष्मी दास, जिन्हां दे मन दे अंदर, जिन्हों आपां पिछे पढ़ के गए हैं, मन खोटे आकी फिरन बन पार उचाइन छटी है, बन पार उचाइन छटी है। हुण इत्थे सवाल है, महाराज कहंदे जिन कीती सो मनना को साल जिवाहे साली। हुण इन्हां चों कहंदे कौन चंगा है? ते चंगा ते ओही है जिन्हों बाबा फरीद जी कहंदे निवन सो अखर खवण गुण जेबा मणिया मंत एतरे भैणे वेसकर तावस आवी कंत। जे धन धन गुरु अंगद देव जी महाराज जदों पहला बाबा लहना जी दे रूप में सन, उन्हां दे अंदर ये जिहड़ा श्लोक है बाबा कबीर जी दा, बाबा माफ करना बाबा फरीद जी दा, ये उन्हां दी जिंदगी दा आधार सीगा। निवन सो अखर, उन्हां दी जुबान दे विचों जिहड़े भी अक्षर निकलदे सन ना रसना तो वो निमरता दे निकलदे सन। निवन सो अखर, उन्हां ने कदी भी धन धन गुरु नानक देव जी महाराज नूं उल्टा जवाब नहीं दिता, जां उन्होंने उतों कदी उन्होंने हुक्म तो पिठ नहीं की। निवन सो अखर खवण गुण, खवण का अखरी अर्थ है हर एक दी गल नूं सहार लेना, जिन्हों आपां कहने खिमा दा गुण। बाबा फरीद जी फरमाते निवन सो अखर खवण गुण जेबा मणिया मंत एतरे भैणे वेसकर तावस आवी कंत। इसे तरह मूंजी जिहड़ी नीवें थां ते उगदी है, वो नीवें थां ते प्रफुल्लत हुंदी है, प्रफुल्लत हो के 3-4 महीनों दे विच फिर अपने खसम दे घर दे विच हो जाके परवान हुंदी है। निवन सो अखर खवण गुण जेबा मणिया मंत एतरे भैणे वेसकर तावस आवी कंत। धन धन बाबा बलवंड जी, बाबा राय बलवंड जी फरमाउंदे जिन कीती सो मनना को साल जिवाहे साली। अगली पंक्ति है धर्म राय है देवता, धर्म राय है। एक होर इत्थे मैं प्रमाण दे दिया, जिन कीती सो मनना, जिन्ने गुरु दी सेवा कीती है वो भी गुरु घर विच प्रवान हो गया। असी बचन पढ़ते हाँ, सा सेवा कीती सफल है, ओ सेवा तेरी सफल है, सा सेवा कीती सफल है। जित सतगुर का मन मन्ने, सतगुर का मन मन्निया ता पाप संबल भन्ने। फिर तेरे कीते हुए जेड़े
पाप ना वो सारे कहते खत्म हो जाएंगे। दूसरी बेनती करा, गुरु अंगद देव जी महाराज ने गुरु नानक देव जी के घर दे विच हर एक किस्म की सेवा की है। बर्तन साफ करने की सेवा की, जोड़ियां की सेवा की, लकड़ा की सेवा की, लंगर विच सेवा की, हर एक किस्म की सेवा की। ताही तां वो गुरु नानक दे घर विच प्रवान। हुण इहदा आपां दूसरा पक्ष लईए, बर्तन तां साडीआं सुआणियां घर विच भी मांजदियां हन, झाड़ू दा काम तां सुआणियां घर विच भी करदियां हन, जां बर्तन तां जिहड़े साडे वीर हन कई वो होटलों ते काम करदे उत्थे भी मांजने पैंदे हन। परंतु होटलों ते बर्तन मांजे, घरां विच बर्तन मांजे, वो गुरु की सेवा नहीं है। वो तेरी अपने घर दे वास्ते तां हो सकती है, परंतु सेवा उदों बनती है जदों इहो ही काम गुरु के घर दे विच आ करके कीता जाता है। महाराज फरमाउंदे, सा सेवा कीती सफल है जित सतगुर का मन मन्ने, सतगुर का मन मन्निया ता पाप कसंबल भन्ने। बाबा बलवंत जी फरमाउंदे, जिन कीती सो मनना को साल जिवाहे साली। जिन्हें गुरु के घर दे विच आ करके आपां आप मिटा के सेवा कीती, वो भी मनन योग है। फिर अगे फरमाउंदे हन, धर्म राय है देवता ले गल्लां करे दलाली। धर्म राय है देवता, धन धन गुरु अंगद देव जी महाराज की करते हैं, उन्होंने धर्म का एक राज चलाया है। ते पट साहबान का वचन भी है, लहने पंथ धर्म का किया, लहने पंथ धर्म का किया। बाबा लहना जी ने धर्म का जिहड़ा मार्ग है वो लोगों को सिखा रहे हैं। धर्म राय है देवता लै गल्लां। हुण लै गल्लां दा की मतलब है? हुण जदों गुरु अंगद देव जी महाराज गुरता गद्दी ते विराजमान होए ते कुदरती गल है, फिर गुरु साहिब दे कोल संगतां दा आउणा, संगतां ने अपनियां बेनतियां करनियां। किसी ने पुत दी दात मंगनी, किसी ने पैसे मंगने, किसी ने रोजगार मंगना, किसी ने कुछ मंगना, किसी ने तन का सुख मंगना, किसी ने अंदर दे रोगां दी निवृत्ति दी आकर के अर्जोइयां करनियां। हुण गुरु अंगद देव जी महाराज की करते सन? लै गल्लां। ये सारियां संगतां दियां अर्जोइयां अपने कोल इकट्ठियां करदे, लै गल्लां करे दलाली ते परमात्मा दे चरनां विच अरदास करदे, विचोले बन के अरदास करदे। की अरदास करदे कि हे परिपूर्ण परमात्मा, ये सारी संगत जिहड़ी भुल्लण योग है, ये भुल्लण हार है, ये मेरे कोल आके इन्होंने मेरी झोली विच बेनतियां कीतियां ते मैं ते अपनी झोली जिहड़ी वो तेरे अगे अड़दा पिया भी तू इन्हां दियां जिहड़ियां अर्जोइयां, इन्हां दियां अरदासां जिहड़ियां वो पूरियां कर दे। महाराज फरमाउंदे बाबा बलवंत जी, धर्म राय है देवता लै गल्लां करे दलाली। हुण गुरु जिहड़ा ना वो वकील बन के, वो गुरु जिहड़ा ना विचोला बन के परमात्मा दे घर दे विच अर्जोई कर रहा कि इन्हां ने मेरे ते विश्वास कीता, मेरे कोल आए ते मैं निमाणा जिहा तेरा सिख हाँ। हे परिपूर्ण परमात्मा, हे धन धन गुरु नानक देव जी महाराज, मैं तेरे चरनां दे विच अरदास करदा, इन्हां दियां जिहड़ियां अरदासां वो पूरीआं होण। ते एक वचन है महाराज कहंदे, केड़ी अरदास कहंदे पूरी हुंदी है? सत संतोख होवे अरदास। तेरी अरदास दे विच कहंदे सत होवे, तेरी अरदास दे विच कहंदे संतोख होवे। कहण तो भाव ये ना होवे कि गुआंढियां दा नुकसान हो जावे ते मेरा फायदा हो जावे। महाराज कहंदे नहीं, सत संतोख होवे अरदास। फिर परमात्मा की करता? तां सुन, फिर वो सुनता है। सद बहाले पास, फिर वो आवाज मार के तेनू अपने कोल बिठाउंदा ते अपने कोल बिठा के कहता, अड अपनी झोली जो तू मंगिया मैं सारियां दातां ही इक्को वारी तेरी झोली विच पा दियां। जो कुछ पाया सो एक वार, कहंदे इक्को वार मैं तेरी झोली विच कहंदे अरदासां पा दियां ते जाके कहंदे तू वंडी जा। महाराज फरमाउंदे, धर्म राय है देवता लै गल्लां
करे दलाली, ते जिहड़ा गुरु है वो वकील बन के परमात्मा के चरणों च अरदास करदा। ते असीं वचन भी पढ़ते हाँ, जैसा सतगुरु सुनीदा तैसो ही मैं डीठ, विछड़िया मेले प्रभु हर दरगह का बसीठ। एक ना बड़ा प्यारा वचन है, महाराज कहते खरे खजाने सटिया है बाहर वार। जेड़े ते सिक्के खरे है वो तो दुकान ते चल जाती है। हुण जिहड़ा सिक्का खोटा होवेगा, असी जदों दुकान ते लैके जावांगे ते वो दुकानदार खोटे सिक्के नूं कहेगा ये नहीं चलना, इनू बाहर सुट दिओ। लेकिन महाराज कहते गुरु दा घर देखो, जेड़े बाणी पढ़ते हैं वो तो परमात्मा की दरगाह दे विच कबूल हन, जेड़े बाणी नहीं पढ़ते वो परमात्मा उन्होंने अपने घरां तो धक्के मार के बाहर कढ़ दिंदा। लेकिन जिन्होंने परमात्मा ने धक्के मारे वो फिर परमात्मा के अगे अरदास करते हैं, साडी कौन सुनेगा। उत्थे फिर धन धन गुरु ग्रंथ साहब जी महाराज कहते सतगुर पिछे भज पवे। सतगुर का कहते पल्ला जेकर वो खोटे भी कहते फड़ लैन, सतगुर पिछे भज पवे। फिर सतगुर की करता, सतगुर खोटियों खरे करे। फिर सतगुर कहते खोटियां तो कहते जेड़े खरे करा दिंदा, क्योंकि सतगुर दे कोल की है, सतगुर दे कोल नाम है। वो शब्द की दात दिंदा, वो नाम की दात दिंदा, ते जेड़े फिर खोटे है उन्होंने भी महाराज खरे कर दिंदा। असी वचन पढ़ते हाँ, जैसा सतगुर सुनीदा तैसो ही मैं डीठ, विछड़िया मेले प्रभु हर दरगह का बसीठ। हर नामो मंत्र दड़ाएगा। देखो गुरु की कर रहा, हर नामो मंत्र दड़ाएगा। वो नाम दा मंत्र, नाम की सिक्ख्या सानू दृढ़ करा रहा। जदों नाम की सिक्ख्या दृढ़ होवेगी ना, ते फिर अगे महाराज कहते कट्टे होमे रोग। फिर उन्होंने जेडे रोग है ना, हंकार दे रोग जेडे है ना, वो सारे अंदरों कहते कट्टे जाणगे। महाराज फरमांदे जैसा सतगुर सुनीदा तैसो ही मैं डीठ, विछड़िया मेले प्रभु हर दरगह का बसीठ। हर नामो मंत्र दड़ाईदा, हर नामो मंत्र दड़ाईदा। आ पंक्ति विचारन वाली है कि गुरु की करता है, परमात्मा की करता है। वो नाम दा मंत्र जिहड़ा हिरदे दे विच पक्का कर दिंदा। हर नामो मंत्र दड़ाईदा, कट्टे होमे रोग, कट्टे होमे रोग। फिर अंदरले रोग जिहड़े आ वो कट दिंदा। बाबा बलवंड जी फरमाउंदे धर्म राय है देवता। गुरु अंगद देव जी महाराज धर्म दे पुजारी हन। गुरु अंगद देव जी महाराज धर्म की मूरत हन। ते मैं इत्थे होर बेनती करां, धर्म दे बारे। धर्म शब्द की है? धर्म शब्द संस्कृत भाषा दे त्री धातु तो लिया गया शब्द है, जिहदा अखरी अर्थ है धारण करना, जिहदा अखरी अर्थ है मर्यादा नूं अपनी जिंदगी दे विच अपना। इसलिए ते क्या ना, धर्म राय है देवता। गुरु अंगद देव जी महाराज धर्म दे राजे हन, क्योंकि गुरु अंगद देव जी महाराज ने धारण किया। की धारण किया? गुरु नानक देव जी की मर्यादा नूं उन्होंने अपनी जिंदगी दे विच धारण किया। जदों असी धर्म शब्द पढ़ते हाँ, हुण असी जदों संसार नूं देखते हैं ना, संसार दे विच हर एक दी अपना अपना धर्म है। मैं तुहानूं दो तीन उदाहरण दियां। सूरज का धर्म है धुप देनी, जां इदां इंज कह लो प्रकाश देना। जेकर सूरज प्रकाश नहीं दे रहा तो फिर वो सूरज नहीं हो सकता, वो कुछ होर हो सकता। क्योंकि सूरज का धर्म ही सिर्फ ये है कि उन्हें प्रकाश देना, धुप देनी जां चानण देना। दूसरी गल, अग का धर्म की है? अग का धर्म है जदों तुसी अग बालदे हो, ਉਹਦੇ ਚੋਂ ਤੁਹਾਨੂੰ कभी भी ठंडक नहीं महसूस होगी। ਉਹਦੇ ਚੋਂ हमेशा ही ਤੁਹਾਨੂੰ सेक, ਤੁਹਾਨੂੰ ताप वो महसूस होगा। ਇਹਦਾ मतलब अग का धर्म की है? उन्हें सेक देना। अगे चलिए आपां, सूरज का धर्म है रोशनी देना,
अग दा धर्म है सेक देना। इसे तरह जदों असी कोई मझ जां गां की गल करते हैं असी तां उन्हां दा सत्कार करते हैं क्योंकि उस मझ जां गां ने सानू दुध देना है। ते जिहड़ी मझ जां गां दुध नहीं दिंदी वो अपने धर्म दे विच नहीं, असी उन्हूं पट्ठे भी चंगे नहीं पाउने। महाराज कहंदे तेन दुधे ते बाहरी किते ना आवे काम। जिहड़ी गां दुध नहीं दिंदी अपनी मर्यादा दे विच नहीं है वो फिर कहंदे किसी भी कहंदे काम नहीं आउंदी। मैं जिहड़ी बेनती कर रहा इसे तरह धन धन गुरु अर्जुन देव जी महाराज कहंदे तू धर्म की कमाई जदों भी कहंदे तैनूं करन दा मौका मिले ना उदों कहंदे देरी ना कर। कहंदे महाराज फरमाउंदे नह बिलंब धर्मग, धर्म की कमाई ते तू कदी भी देरी ना कर। ते फिर महाराज किस काम लई देरी की जावे? कहंदे बिलंब पापंग, पापां दी कमाई। संस्कृति श्लोक दे विच गुरु अर्जुन देव जी महाराज दा वचन है नह बिलंब धर्मंग। कहंदे चंगे काम करन वास्ते अपना फर्ज निभाउण वास्ते तू कदी भी कहंदे देरी ना कर। नह बिलंब धर्मंग ते महाराज कहंदे बिलंब पापंग, पापां दी कमाई। किसे दे दुआले डांग चक्कण तो पहला 2-3 मिनट सोच ले, हो सकदा ये डांग जिहड़ी तू चक्की है जदों तेरे हथों निकल जावे तैनूं जेल दीयां सलाखां दे पिछे बैठना पै जावे। इस लई कहंदे पाप दी कमाई करन तो पहला सोच ले तां जो तू कहंदे जेल में जाण तो कहंदे बच जावें। नह बिलंब धर्मंग बिलंब पापंग। ते धन गुरु अर्जुन देव जी महाराज जदों असी सुखमनी साहिब पढ़ते ना, सुखमनी साहिब विच महाराज का वचन है सर्व धर्म मह श्रेष्ठ धर्म। केड़ा धर्म कहंदे सब तो वधिया है, जिहदी गल धर्म राय है देवता। गुरु अंगद देव जी महाराज ने केड़ा धर्म अपनाया? इहदा जवाब गुरु अर्जन देव जी महाराज दिंदे सर्व धर्म मह श्रेष्ठ धर्म हर को नाम जप। कहंदे उस परमात्मा दे नाम नू जप। एक काम कहंदे ए कर। ते तुसी कदी देखो गुरु ग्रंथ साहिब जी महाराज दी जिहड़ी शुरुआत है ना वो भी जप तो हो रही है। जप दा अखरी अर्थ है बोल के उचार के तू बाणी पढ़। कहंदे इन्ना तू उचार के बाणी पढ़ तां जो तेरे बोल दे द्वारा ये बाणी जिहड़ी है तेरे कन्नां दे कटोरियां विच बड़े ते कन्नां दे कटोरियां राही हुंदी होई तेरी आत्मा तक तेरे हिरदे तक पहुंच जावे। इन्ना तू उच्ची कहंदे बोल तां जो आसे पासे दीयां आवाज़ां जिहड़ियां वो तेरे कन्नां विच ना पैण। महाराज फरमाउंदे सर्व धर्म में श्रेष्ठ धर्म हर को नाम जप। नाम जप ते दूसरा काम कर निर्मल कर्म। नाम जपना की है? नाम की है? नाम दी अर्थ नाम देखना होवे ते आसा की वार दी पौड़ी पढ़ो। ये नाम की है? महाराज कहंदे नाम एक ऐसा पुल है जेड़ा सिख नूं ओदे गंदे मंदे मैले ते कुचैले हथ फड़ के ते परमात्मा नूं ओदे हथ फड़ा दिंदा। कहण तो भाव नाम एक ऐसा पुल है जिहदे उपर दी लंघ के सिख जिहड़ा वो परमात्मा दी दरगाह दे विच जा करके परवान हो जांदा। असीं बचन पढ़दे हां वो पौड़ी है आपीने आप साजियो। पहला परमात्मा ने अपने आप को बनाया। जे असीं मन लईए इधरले पासे परमात्मा है आपीने आप साजियो ते दूसरा की आया आपीने रचियो नाओ। हुण विचकार परमात्मा ने नाम रख दिता ते दूसरे पासे की रखिया दुई कुदरत साजी है। दुई कुदरत संसार बनाया। कहने का मतलब एक पासे है निरंकार दूसरे पासे है संसार ते विचकार है नाम दा पुल। फिर दोबारा उस पौड़ी ना सांझ पाइए आपीने आप साजियो आपीने रचियो नाओ दुई कुदरत साजिया कर आसन डिठो चाओ। कर आसन डिठो चाओ वो फिर परिपूर्ण परमात्मा अपने आप को साज के इस संसार तो दूर नहीं गया। इस संसार दे विच ही बैठ के इस संसार नू देख रहा। आपीने आप साजियो आपीने रचियो नाओ दुई कुदरत साजिया कर आसन डिठो चाओ। नाम की है? नाम एक पुल है।
ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਫਰਮਾਉਂਦੇ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਸਾਡੇ ਕਰਮ ਕਿਸ ਤਰ੍ਹਾਂ ਨਿਰਮਲ ਹੋਣਗੇ, ਥੋੜਾ ਜਿਹਾ ਮੈਂ ਇੱਥੇ ਵਿਚਾਰ ਕਰਨੀ ਚਾਹਾਂਗਾ। ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਕਰਮ ਅਸੀਂ ਕਰਦੇ ਹਾਂ ਅੱਖਾਂ ਦੇ ਨਾਲ, ਕਰਮ ਅਸੀਂ ਕਰਦੇ ਹਾਂ ਕੰਨਾਂ ਦੇ ਨਾਲ, ਕਰਮ ਅਸੀਂ ਕਰਦੇ ਹਾਂ ਜੇਬਾਂ ਦੇ ਨਾਲ, ਕਰਮ ਅਸੀਂ ਕਰਦੇ ਹਾਂ ਹੱਥਾਂ ਦੇ ਨਾਲ, ਤੇ ਕਰਮ ਅਸੀਂ ਕਰਦੇ ਹਾਂ ਪੈਰਾਂ ਦੇ ਨਾਲ। ਇਹ ਸਾਡਾ ਪੂਰਾ ਜਿਹੜਾ ਸਰੀਰ ਹੈ, ਇਹ ਕਰਮ ਕਰਨ ਵਾਸਤੇ ਇਹਦੇ ਵਿੱਚ 5 ਗਿਆਨ ਇੰਦਰੀਆਂ ਤੇ 5 ਸਾਡੀਆਂ ਕਰਮ ਇੰਦਰੀਆਂ। ਹੁਣ ਅੱਖਾਂ ਦੇ ਨਾਲ ਅਸੀਂ ਕਰਮ ਜਿਹੜੇ ਉਹ ਨਿਰਮਲ ਮੈਲ ਤੋਂ ਰਹਿਤ ਕਰਮ ਕਿੱਦਾਂ ਕਰਨੇ। ਇੱਕ ਮੈਂ ਬੇਨਤੀ ਦਿਆਂ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਵਿੱਚ ਫਰਮਾਉਂਦੇ, ਏ ਨੇਤਰੋ ਮੇਰਿਓ ਹਰ ਤੁਮੈ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਹਿੰਦੇ ਤੂੰ ਜਿੱਧਰ ਵੀ ਦੇਖ ਉਸ ਪਰਿਪੂਰਨ ਪਰਮਾਤਮਾ ਦੀ ਜੋਤ ਦੇਖ। ਚਾਹੇ ਕਹਿੰਦੇ ਤੇਰੇ ਘਰ ਦੇ ਮੈਂਬਰ, ਚਾਹੇ ਗੁਆਂਢੀਆਂ ਦੇ ਮੈਂਬਰ, ਕਿੱਥੇ ਵੀ ਸੰਸਾਰ ਨੂੰ ਦੇਖ, ਜਿਹਨੂੰ ਬਾਣੀ ਕਹਿੰਦੀ ਦੇਖ ਪਰਾਈ। ਭਾਈ ਗੁਰਦਾਸ ਜੀ ਫਰਮਾਉਂਦੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਮਹਾਰਾਜ ਕਹਿੰਦੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਕਹਿੰਦੇ ਜਿੱਧਰ ਵੀ ਦੇਖ ਤੂੰ ਪਰਮਾਤਮਾ ਦੀ ਜੋਤ ਦੇਖ। ਅੱਗੇ ਚਲੀਏ ਕੰਨਾਂ ਦੀ ਗੱਲ, ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਧੰਨ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ, ਇਹ ਸਰਵਨੋ ਮੇਰਿਓ, ਇਹ ਕੰਨਾਂ ਨੂੰ ਕਾਹਦੇ ਵਾਸਤੇ ਲਾਇਆ, ਇਹ ਸਰਵਨੋ ਮੇਰਿਓ ਸਾਚੇ ਸੁਨਨੇ ਨੋ ਪਠਾਏ, ਸਾਚੇ ਸੁਨਨੇ ਨੋ ਪਠਾਏ, ਸਰੀਰ ਲਾਏ ਸੁਨੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਜਿਤ ਸੁਣੀ ਮਨ ਤਨ ਹਰਿਆ ਹੋਵਾ। ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ, ਮੇਰੇ ਮੋਹਨ ਸਰਵਣੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। हे परिपूर्ण परमात्मा, ਮੇਰੇ ਕੰਨਾਂ ਦੇ ਵਿੱਚ ਐਸੇ ਬੋਲ ਨਾ ਪੈਣ ਜਿਨ੍ਹਾਂ ਬੋਲਾਂ ਦੇ ਕਰਕੇ ਮੈਂ ਤੇਰੇ ਤੋਂ ਕਹਿੰਦੇ ਵਿਛੜ ਜਾਵਾਂ। ਇਹ ਮੇਰੇ ਮੋਹਨ ਸਰਵਣੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਆਪਾਂ ਬਚਨ ਕਰ ਰਹੇ ਹਾਂ, ਇਸ ਚੀਜ਼ ਦੀ ਵਿਚਾਰ ਕਰ ਰਹੇ ਹਾਂ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਤੀਸਰਾ ਹੈ ਆਪਣੀ ਰਸਨਾ। ਰਸਨਾ ਦੇ ਨਾਲ ਤੂੰ ਗੰਦਨ ਵੈਣ ਨਾ ਬੋਲ, ਸਿਰਫ ਤੇ ਸਿਰਫ ਤੂੰ ਕਹਿ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਪੂਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਇਸ ਰਸਨਾ ਦੇ ਨਾਲ ਜਿਹਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ। ਇਸ ਰਸਨਾ ਦੇ ਨਾਲ ਜਿਹਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗਾਥਾ ਬਾਣੀ ਵਿੱਚ ਕਹਿੰਦੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ। ਕਹਿੰਦੇ ਉਹ ਕੰਨ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਨਾ ਸੁਣਦੇ, ਉਹਨਾਂ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਕਹਿੰਦੇ ਪਾ ਦਿੱਤਾ ਜਾਵੇ, ਉਹਨਾਂ ਨੂੰ ਬੰਦ ਹੀ ਕਰ ਦਿਓ। ਕਹਿੰਦੇ ਉਹ ਅੱਖਾਂ ਜਿਹੜੀਆਂ ਪਰਮਾਤਮਾ ਨੂੰ ਨਹੀਂ ਦੇਖਦੀਆਂ। ਵੈਸੇ ਰੋਜ਼ਾਨਾ ਸਾਨੂੰ ਹੁਕਮ ਵੀ ਕੀ ਹੈ, ਅਸੀਂ ਬਚਨ ਪੜ੍ਹਦੇ ਹਾਂ। ਮਹੱਲਾ ਪੰਜਵਾਂ ਸ਼ਲੋਕ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਰਨਾ ਗੁਰੂ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹਿੰਦੇ ਤੂੰ ਕੀ ਕਰ, ਅੰਮ੍ਰਿਤ ਵੇਲੇ ਉੱਠ ਕੇ ਅੰਤਰ ਗੁਰ ਆਰਾਧਨਾ, ਬਿਨਾ ਬੋਲਿਆਂ ਆਪਣੇ ਕਹਿੰਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਆਰਾਧਨਾ ਕਰ। ਅੰਤਰ ਗੁਰ ਆਰਾਧਨਾ। ਤੇ ਫਿਰ ਦੂਸਰਾ ਕੰਮ ਕਹਿੰਦੇ ਕੀ ਕਰ, ਦੂਸਰਾ ਕੰਮ ਆਪਣੀ ਜ਼ਬਾਨ ਦੇ ਨਾਲ, ਤੇ ਤੀਸਰਾ ਕੰਮ ਕਹਿੰਦੇ ਗੁਰਦੁਆਰੇ ਜਾ ਕੇ ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ, ਤੇ ਕੰਨਾਂ ਦੇ ਨਾਲ ਕਹਿੰਦੇ ਜਾ ਕਰਕੇ ਸੁਣ। ਇੱਥੇ ਮਹਾਰਾਜ ਕਹਿੰਦੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇਰੇ ਕਰਮ ਇਹਨਾਂ ਹੱਥਾਂ ਦੇ ਨਾਲ ਤੂੰ ਕਿਸੇ ਗਰੀਬ ਦੀ ਸੇਵਾ ਕਰ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਤ੍ਰਿਗ ਹੱਥ ਪੈਰ ਹੋਰ ਨਿਫਲ
करनी। कहते जेकर तू हत्थां दे नाल सेवा नहीं ना कीती ते कहते दुर्लानत है इन्हां हत्थां दा। कहते त्रिग हथ पैर होर नेफल करनी। जे गुरु की सेवा नहीं की ते इन्हां हत्थां ते पैरां दा कहते कोई फायदा नहीं। एक होर आसा की वार दा वचन धर्म दे बारे महाराज फरमाते जोगियां दा धर्म चारां दी महाराज गल करदे जोगियां दा धर्म की है। महाराज कहते जोगियां दा धर्म सीगा ज्ञान इकट्ठा करना ते ब्राह्मणां दा धर्म सीगा वेदां दा ज्ञान इकट्ठा करना ते उस तो बाद जिहड़ा खत्तरी दा धर्म सीगा ਉਹ ਸੀਗਾ ਜੰਗਾਂ ਤੇ ਯੁੱਧਾਂ ਦੇ ਵਿੱਚ ਸੂਰਬੀਰਤਾ ਕਰਨੀ। ਤੇ ਜਿਹੜਾ ਸ਼ੂਦਰ ਸੀਗਾ ਸ਼ੂਦਰ ਦਾ ਕਹਿੰਦੇ ਧਰਮ ਕੀ ਸੀਗਾ ਕਿ ਇਹਨਾਂ ਤਿੰਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨੇ ਮਿਹਨਤ ਤੇ ਮਜ਼ਦੂਰੀ ਕਰਨੀ। ਤੇ ਮਹਾਰਾਜ ਕਹਿੰਦੇ ਇਹ ਤਾਂ ਦੁਨੀਆ ਦੀ ਗੱਲ ਹੈ। ਅੱਗੇ ਫਿਰ ਗੁਰੂ ਨਾਨਕ ਦੇਵ ਜੀ ਆਪਣਾ ਫਲਸਫਾ ਦਿੰਦੇ। ਮੈਂ ਉਹ ਸ਼ਲੋਕ ਲਵਾਂ ਬਚਨ ਲਵਾਂ। ਜੋਗ ਸ਼ਬਦੰਗ ਗਿਆਨ ਸ਼ਬਦੰਗ जोग शब्दंग ज्ञान शब्दंग वेद शब्दंग ब्रह्म ने जोगियां दा काम सी कहते ज्ञान इकट्ठा करना ते ब्राह्मणां दा काम सी वेदां दा विस्तार करना वेदां दी पढ़ाई करनी। जोग शब्दंग ज्ञान शब्दंग वेद शब्दंग ब्रह्म ने खत्री शब्दंग सूर शब्दंग सूदर शब्दंग प्राकृते सूदरां दा काम सी इन्हां दे घर जाके किरत करनी। पर महाराज की कहते सरब शब्दंग इत्थे गुरु नानक देव जी अपनी हुण विचार दिंदे है। कहते सरब शब्दंग एक शब्दंग जे को जाने प्यो नानक ताका दास है सोई निरंजन दियो। कहते सारियां दा धर्मां दा काम की है सारे जीवां दा काम है उस एक परिपूर्ण परमात्मा दे नाल कहते जुड़ जाना। महाराज बाबा बलवंत की राय बलवंत जी फरमाते धर्म राय है देवता ले गल्ला करे दलाली। अगे महाराज बाबा बलवंत जी फरमाते सतगुर आखे सच्चा करे सब बात होवे दरहाली। बड़े ध्यान दे नाल जो सतगुर आखदे हन सच्चा करे ओही परमात्मा उन्हां दी जिहड़ी डिमांड कह लीए या बेनती कह लीए वो पूरी करते हैं। सतगुर आखे जो आखते हैं सच्चा करे सब बात वो फिर किद्दां करते हैं सब बात होवे दरहाली। दरहाली शब्द फारसी भाषा का शब्द है जिहदा अखरी अर्थ है बहुत जल्दी बिना किसी देरी तो परमात्मा जिहड़ी है ना वो जो गुरु अंगद देव जी परमात्मा दे कोलों सिख संगतां वास्ते मंगदे हन वो परमात्मा बिना किसी देरी तो उन्हां दी डिमांड जिहड़ी है उन्हां दी अरदास जिहड़ी है वो उन्हां दी झोली विच पा दिंदे हन। फिर अगे महाराज फरमांदे गुरु अंगद दी दो ही फिरी सच करते बंद बहाली। कहंदे फिर जिहदी हुण डिमांड पूरी हो गई जिन्हों पुत्र मिल गया जिन्हों नाम मिल गया जिन्हों धन मिल गया जिन्हियां रोग कट्टे गए उन्हें जाके बाहर ते फिर गल्लां करनियां ना उन्होंने गल्लां ये करनियां वो दुनिया दे लोगो जेड़ा बाबा करतारपुर वेंदा सी ना ओही बाबा हुण खडूर साहब आके उन्हें अपना डेरा लाया। ओही बाबा ओही अरजोइयां जदों असीं करदे हां उसे तरीके दा सानू उपदेश दिंदा। फिर इस तरीके दे नाल बाबा बलवंत जी फरमांदे गुर अंगद दी दो ही फिरी। फिर गुरु अंगद दी वडियाई जिहड़ी है ना वो सारे जहान दे विच हो गई सच करते बंद बहाली। परमात्मा ने हुक्म करके इस गल नूं पक्किया कर दिता कि गुरु अंगद देव जी महाराज ही इस धरती नूं तारन वाले हन इस सृष्टि नूं ठारन वाले हन। फिर अगे बाबा बलवंत जी फरमाते नानक काया पलट कर मल तख्त बैठा सह डाली। बड़ी प्यारी पंक्ति है। नानक काया पलट कर वही जो आप पिछे विचार करके आ गए जोत ओहा जुगत साए सह काया फेर पलटी है। कहते नानक काया पलट कर मल तख्त मल के तख्त ते कौन बैठे हन सह डाली गुरु अंगद देव जी बैठे हन ते जेड़े बाकी सिख ते संगत हन वो उस दरख्त दियां कहंदे शाखावां हन। गुरु नानक देव जी दरख्त हन ते जेड़ियां शाखावां हन वो सिख संगत हन। हुण मैं इत्थे बेनती करा बाबा कबीर जी भी एक थां ते ना दरख्त नूं बाबा कबीर जी परमात्मा मनदे। कबीर तरवर रूपी राम है
फल रूपी बैराग, छाया रूपी साध है जिन तजिया बाद बेबाद। गुरु नानक देव जी एक दरख्त हैं और ਜਿਹੜੀਆਂ उस दरख्त ਦੀਆਂ शाखावां ਹਨ वो सिख संगत ਹਨ। मैं एक बेनती करा, वो दुनिया के लोगो तुसी शाखावां नूं वड्डो, तुसी शाखावां नूं अग लाओ। एक साल तुसी इन्हां नूं अग लाओगे, दूजे साल ये शाखावां फिर दोबारा पुंगर आउणगियां, क्योंकि गुरु नानक देव जी ऐसे दरख्त हैं जिहदियां जड़ां ने कदी भी सुकना नहीं ते इस जहान दे विचों सिखां दा खून कदी मुकना नहीं। सतगुर आखे सच्चा करे साबत होवे दरहाली, गुर अंगद जी दो ही फिरे सच करते बंद बहाली। नानक काया पलट कर तख्त मल तख्त बैठा सह डाली। गुरु अंगद देव जी तख्त ते विराजमान हैं। गुरु नानक देव जी एक दरख्त की न्याई हैं और सिख संगतां जिहड़ियां ओहदियां शाखावां हैं। अगे फरमाउंदे हैं दर सेवे ओ मत खड़ी, गुरु अंगद देव जी महाराज दे दरवाजे ते सिख संगतां खड़ियां हैं। उम्मत दा आखरी अर्थ, उम्मत दा आखरी अर्थ है संगत। दर सेवे उम्मत खड़ी, उम्मत दा आखरी अर्थ है सिख संगत खड़े हैं। मस्कलै होए जंगाली, क्यों खड़े हैं? क्योंकि तुद डिठे सच्चे पातशाह मल जन्म जन्म दी कट्टी है। ऊपर आपां पढ़ के आए हैं, क्योंकि जदों गुरु अंगद देव जी महाराज बाणी पढ़ के अमृत वेले अपने घर का दरवाजा खोल के संगतां विच आउंदे हन ते संगतां नूं इस तरह महसूस हुंदा जिस तरह साडे कीते हुए पाप, साडे कीते हुए कोड़, साडे कोड़ा करके साडे शरीर ते बने हुए जख्म इस तरह हैं जिद्दां एक लोहे दे ऊपर जंगाल है और जंगाल नूं साफ करन वास्ते जिस तरह रेग माल की लोड़ है, सैंड पेपर की लोड़ है, गुरु अंगद देव जी महाराज वो एक रेग माल की न्याई हैं जिहड़े साडे कीते हुए पाप ते रोगां नूं धो के रगड़ के दूर कर दिंदे हैं। दर सेवे उम्मत खड़ी मस्कलै होए जंगाली। असी वचन भी पढ़ते हैं, जन्म जन्म की इस मन को मन लागी। जिहड़ी मैल है एक जन्म की नहीं, जन्म जन्म की इस मन को मन लागी। काला हुआ सिया खनली धोती उजली ना होवई, जे 100 धोवन पा। कहते 100 तरीके भी वरते जान, मैं संखेप अर्थ कर दिया। खनली धोती उजली ना होवई, जे 100 धोवन पा। गुर प्रसादी, फिर गुरु दी कहते बख्शिश होवे, मत उल्टी होवे बदलाओ, फिर तेरी मत कहते उल्टी हो जाएगी, मत कहते गुरु दे चरणों में आ जाएगी ते तेरी जेड़े जन्म जन्म की मैल है वो तेरी उतर जाएगी। दर 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 वेश खसम दे नाय सच्चे बाणी लाली। दर दर वेश खसम दे। धन धन गुरु अंगद देव जी महाराज उस परमात्मा दे दरवाजे ते लटके हुए हैं, नाए सच्चे बाणी लाली। ते जदों ओदा नाम जपदे हन ते नाम जप के उन्हां दा चेहरे दा रंग जिहड़ा वो लाल हो जाता। थोड़ा जिहा दरवेश शब्द नूं आपां खोल लईए। दरवेश शब्द फारसी भाषा दा शब्द। पहली गल ते बाबा फरीद जी कहंदे दुनिया के लोग मैनू दरवेश कहते हैं, मैनू फकीर कहते हैं, परंतु मैं कहते फकीर है नहीं। पूछया जाए बाबा फरीद जी तुसी इन्नी बाणी पढ़ते हो, तुहाडी रब दे नाल तुसी एकमिक होए हो ते तुसी कहंदे हो मैं दरवेश नहीं, क्यों? कहंदे क्योंकि मैं गुनाहां दा कहंदे भरिया होया हां। कहंदे लोग मेरे कपड़े देख के, मेरी वेशभूषा देख के मैनू कहंदे दरवेश कहंदे, परंतु मैं है नहीं। बाबा फरीद जी का वचन है, काले मैंडे कपड़े काला मैंडा वेश, गुण ही भरिया मैं फिरा लोग कहन दरवेश। लोग मैनू कहंदे सिर्फ मेरा बाहरला चोला देख के कह रहे हैं
ये रब के रस्ते ते चलिया होया एक दरवेश है, एक फकीर है, परंतु इन्हां नूं की पता मैं ते अंदरों कहंदे गुनाहां दे नाल कहंदे भरिया होया हां। दूसरा फरमान बाबा फरीद जी दिंदे, कहंदे फरीदा दर दरवेसी गाखड़ी चला दुनिया भत्त। कहंदे दरवेशी कमाउणी बड़ी औखी है, कहंदे चलना दुनिया भत्त ते तुरदा ते मेरी चाल, मेरे काम, मेरे व्यवहार, मेरा उठना, मेरा बैठना, मेरा सब कुछ कहंदे दुनिया दे वांगू है। जिन्हों बाबा जी कहंदे, गुरु अमरदास जी कहंदे, ਜਿਹੜੀਆਂ बंदगी वालियां रूहां ਹੁੰਦੀਆਂ ਉਹ कदी भी दुनिया दे विच नहीं रलदियां, ਉਹ ਤਾਂ दुनिया तो ਵੱਖਰੀਆਂ ਹੁੰਦੀਆਂ। ਜਿਹਨੂੰ बाबा अमरदास जी आनंद साहिब ਦੀ ਬਾਣੀ 'ਚ ਕਹਿੰਦੇ ਭਗਤਾਂ की चाल निराली, निराली चाल बना दी। भगतां की चाल निराली, चाला निराली, भगतां केरी बिखम मार्ग चलना, लभ लोभ अहंकार तज तृष्णा, बहुत नाही बोलना, खन्ने हो तिखी वाल हो निक्की, एत मार्ग चलना। आ कहंदे भगतां दा, दरवेशां दा कहंदे रस्ता। बाबा कबीर जी, बाबा फरीद जी फरमांदे, काले मैंडे कपड़े काला मैंडा वेस, गुण ही भरिया मैं फिरा लोग कहन दरवेश। बाबा फरीद जी दा वचन, फरीद फरीदा दरवेसी गाखड़ी चला दुनिया भत्त। तुरदा ते मैं कहदे चाल ते मेरी कहदे दुनिया दे वांगू, रीति रिवाज बोल चाल मैं दुनिया दे वांगू कहंदे। फिर कहंदे बन उठाई पोटली ते मैं सिर ते कहंदे पापां दी कहंदे पंड भी, दुनिया दे बंधनां दी, दुनिया दे मोह दी, दुनिया दे माया दी कहंदे पंड भी कहंदे सिर ते चक्की फिरदियां। बन उठाई पोटली ओ मैं सिर ते कहंदे चक्का फिरदा, किथे वंजा घत ते किथे मैं इनू कहंदे सुटा। दूसरा फरमान बाबा फरीद जी दा, बाबा फरीद जी फरमांदे, फरीदा दरवेसी गाखड़ी चोपड़ी प्रीत, बारों ते चिट्टा चोला पा लिया, चोपड़ लिया। दरवेसी गाखड़ी बहुत कहंदे ए औखी है कहंदे, ते अगों कहंदे इकन किन्ने, इकन किन्ने चालियां, दरवेसा भी रीत। कहंदे कोई है किते करोड़ां चों एक जेड़ा कहंदे इस दरवेशां दी कहंदे जेड़ी रस्ता उन्हां ते कहंदे चलदा। ते बाबा फरीद जी ते एक थां ते एक दरखत दी तशबीह दिंदे आ दरवेशां दे नाल, क्योंकि जेड़ा दरखत है, दरखत दे उपर बारिश भी आउंदी ओ सहारदा, ओदे उपर धुप भी पैंदी ओ सहारदा, ओदे उपर गड़े भी पैंदे ओ भी सहारदा, हनेरी भी आउंदी ओनू भी सहारदा, झक्खड़ भी आउंदे ओनू भी सहारदा। कहंदे दरवेश तां ओ है जेड़ा ये सारा कुछ लोकां दे बोलां नूं सहारे, लोकां दे जिन्नू गुरु नानक देव जी वास्ते जदों भाई गुरदास जी एक लिखते हैं, पौड़ी लिखते हैं, कहते पहला बाबे पाया बख्शदर, पिछों दे फिर घाल कमाई। अगली पंक्ति जड़ी रेत अक आहार कर, रेत रेत जड़ी है वो दिन नूं गर्म हुंदी है ते रात नूं ठंडी, अपना सुभाव बदलदी। इसे तरह कहते दुनिया उन्हां दा सुभाव ओ गुरु नानक ने कहते सहा रेत अक। ते जदों असी अक दे बूटे नूं तोड़दे आ ना, उस अक दे बूटे चों एक चिट्टे रंग दा पदार्थ, तरल पदार्थ निकलदा जिन्हों आपां दुध कहने आ। वो जदों असी चखदे आ ते ओ हुंदा कौड़ा। कहते आ हन गुरु नानक देव जी, गुरु नानक देव जी महाराज रेत अक आहार कर, रोड़ा दी गुर करी बिछाई। परंतु फिर भी गुरु नानक साहिब ने इन्हां दी परवाह नहीं कीती। भारी करी तपस्या बड़े भाग हरस्यों बन आई। अगे महाराज बाबा बलवंत जी फरमाउंदे दर दर वेस कसम दै नाए सच्चे बाणी लाली। वो कहते परमात्मा दे दरवाजे ते कहते पहुंचे हुए हैं, लटके हुए हैं। कहते नाए सच्चे ते नाम जप के उन्हां दे चेहरे दा रंग जड़ा वो लाल हो जाता। असी पढ़ते भी ना सोए सुनंदड़ी मेरा तन मन मौला नाम जपंदड़ी लाली।
नाम जपंदड़ी लाली पंध जुलंदड़ी मेरा अंदर ठंडा गुर दर्शन देख निहाली। पंध जुलंदड़ी जदों मैं रस्ते ते चलदी मेरा अंदर ठंडा सोए सुलंदड़ी मेरा तन मन मौला। नाम जपंदड़ी लाली लाली लाल रंग केड़ा लाल रंग तिसको लगा जिसके वड भागा मैला कदे ना होवी नहलागे दागा। अगे बाबा बलवंत जी फरमाउंदे दर दर वेस खसमद है ना सच्चे बाणी लाली। नाम जप जप के उन्हां दे चेहरे दे उपर रूहानियत एक वखरा नूर जेड़ा रंग है उन्हां दे चेहरे दा वो मगदा पिया भखदा पिया लाल होया पिया। अगे कहंदे बलवंत खीवी नेक जन जिस बहुती शौकत राली बलवंत खीवी। बाबा बलवंत जी फरमाते बलवंत इत्थे विश्राम लवांगे बलवंत ते बलवंत खीवी नेक जन। बाबा बलवंत जी राय बलवंत जी फरमाते हैं माता खीवी जी नेक जन। जज्जे दे पैर थले बिंदी ला के उच्चारण करना पवेगा। जे सिंपल जन कह दियांगे बन जाएगा, जे बिंदी ला देवांगे फिर फारसी भाषा का शब्द बन जाएगा जन। जेदे अर्थ होणगे औरत, जेदे अर्थ होणगे इस्त्री। ते बलवंत खीवी नेक जन कहते माता खीवी जी बहुत कहते नेक सुभाव दे। मैं इत्थे थोड़ी जी माता खीवी जी दे जीवन नाल साझ पाउणी चाहुंदा। माता खीवी जी का जन्म 1507 खडूर साहिब के लागे पिंड है संगर पिंड और उन्होंने सत्कारयोग पिता जी का नाम श्री देवी चंद जी के घर में होया। 1519 तक उन्होंने जेड़ा घर का माहौल मिलिया वो माहौल सारा धार्मिक मिलिया। कहने तो भाव कि सेवा की रुचि बाणी पढ़न की परमात्मा के नाल जुड़ना ये सारिया सौगातां माता खीवी जी अपने घर चों ही लै करके आए। और उन्होंने पिता जी उन्होंने जिहड़ा रिश्ता वो खडूर साहिब व्याहे हुए माता माफ करना बीबी विराई जी ने कराया। ये बीबी विराई जी उही हन जेड़े उथों दे चौधरी तखत मल जी की बेटी है जिन्हां दा अपने भरा नहीं सन पहला। फिर उन्हां तो बाद 7 भरावां ने जन्म लिया ते इन्हां नूं 7 भरावां वाली भी कहा जाता जितों ना बनिया सी सब राई। 7 भराई 7 भराई तो ना विगड़दा विगड़दा वो पहुंच गया सबराई। बीबी विराई जी ने इन्हां दा रिश्ता खडूर साहिब की धरती ते कराया। मैं एक सिर्फ गल कहनी चाहांगा जदों 1532 दे विच धन धन गुरु अंगद देव जी महाराज बाबा लैणा जी के रूप दे विच उदों बाबा लैणा जी की उम्र है 28 साल क्योंकि बाबा लैणा जी का जिहड़ा प्रकाश हो रहा 1504 विच हो रहा मत्ते की सराह जिन्हों असी नागे की सराह भी कहते हैं। 1532 विच उन्हां दी उम्र है 28 साल। 28 साल की उम्र दे विच अज बाबा लैणा जी करतारपुर की धरती ते आए हैं ते धन धन गुरु नानक देव जी महाराज के चरणों में उन्होंने आके मत्था टेक दिता। ये आप जी को पता भाई जो तो उन्होंने शब्द सुनिया आशा की वार की 21वीं पौड़ी में उस पासे नहीं जाना समय को देखदिया होया उन्होंने शब्द सुनिया ते शब्द सुन के उन्होंने अंदर एक गुरु नानक साहब को मिलन की तांग पैदा हो गई तड़प पैदा हो गई। करतारपुर की धरती ते आके गुरु नानक के चरणों में मत्था टेक दिता। ऐसा मत्था टेकिया जेड़ा मत्था थां थां ते टेकदे सन उतों फिर उन्होंने मत्था चकिया ही नहीं। उस तो बाद 1532 दे विच उन्होंने साधु वाले जिहड़े कपड़े सी ना पहरावा वो पा लिया ते जा करके खडूर साहिब होर संगत ने होर लोकां ने जेड़े बाबा लैणा जी दे नाल दे परिवार दे होर सन संगी सन जेड़े जांदे सन हर साल जांदे सन माता दे जांदे सन वैष्णो देवी दे जिथे भी संग लैके जांदे सन उन्होंने जाके माता खीवी नूं पता की किया कहते 28 साल का तेरा घर वाला ते 25 साल की तेरी उम्र
ਤੇ ਤੇਰੇ ਘਰ ਵਾਲੇ ਨੇ ਚੜ੍ਹਦੀ ਜਵਾਨੀ ਦੇ ਵਿੱਚ ਸਾਧੂ ਦਾ ਬਾਣਾ ਪਾ ਲਿਆ, ਦੱਸ ਤੂੰ ਕੀ ਕਰੇਂਗੀ। ਉਸ ਤੋਂ ਬਾਅਦ ਉਹ ਸਾਧੂ ਦਾ ਬਾਣਾ ਪਾ ਕੇ ਨਾਨਕ ਤਪੇ ਦੇ ਘਰ ਵਿੱਚ ਉਹ ਕੰਮ ਕਰ ਰਿਹਾ ਜਿਹੜਾ ਕੰਮ ਨੀਚ ਤੋਂ ਨੀਚ ਜਿਹੜੇ ਹਨ ਉਹ ਕਰਦੇ ਹਨ। ਜਿਵੇਂ ਆਪਾਂ ਜਾਣਦੇ ਨਾ, ਸਾਖੀ ਆਪਾਂ ਪੜ੍ਹੀ ਸੀ, ਚਿੱਕੜ ਦੇ ਵਿੱਚੋਂ ਲੋਟਾ ਬਾਹਰ ਕੱਢਣਾ, ਉਹ ਕੰਮ ਕਰ ਰਿਹਾ। ਉਹਨੇ ਤੇ ਸਾਧੂ ਦਾ ਬਾਣਾ ਪਾ ਲਿਆ, ਉਹ ਤੇ ਚਾਰ ਦੇ ਨਾਲ ਰੋਟੀਆਂ ਖਾ ਕੇ ਵੀ ਗੁਜ਼ਾਰਾ ਕਰਦਾ। ਤੇਰਾ ਕੀ ਬਣੂਗਾ, ਤੇਰੇ ਬੱਚਿਆਂ ਦਾ ਕੀ ਬਣੂਗਾ। ਅੱਗੋਂ ਮਾਤਾ ਖੀਵੀ ਜੀ ਜਿਹੜੇ ਸੇਵਾ ਦੇ ਮੂਰਤ, ਜਿਹੜੇ ਸਿਦਕ ਦੇ ਮੂਰਤ, ਜਿਹੜੇ ਸੰਤੋਖ ਦੇ ਮੂਰਤ, ਉਹਨਾਂ ਨੇ ਗੱਲ ਕਹੀ, ਕਹਿੰਦੇ ਜੇ ਮੇਰੇ ਪਤੀ ਨੇ, ਮੇਰੇ ਘਰ ਵਾਲੇ ਨੇ, ਮੇਰੇ ਖਸਮ ਨੇ ਜੇਕਰ ਸਾਧੂ ਦਾ ਬਾਣਾ ਪਾ ਲਿਆ ਤੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹ ਸੱਚ ਦੇ ਰਸਤੇ ਤੇ ਚੱਲੇ, ਉਹਨਾਂ ਨੇ ਸਾਧੂ ਦਾ ਬਾਣਾ ਪਾਇਆ, ਮੈਂ ਲੀਰਾਂ ਪਾ ਕੇ ਵੀ ਆਪਣੀ ਜ਼ਿੰਦਗੀ ਗੁਜ਼ਾਰ ਲਵਾਂਗੀ। ਦੂਸਰੀ ਤੁਸੀਂ ਗੱਲ ਕੀਤੀ ਤੇਰੇ ਬੱਚਿਆਂ ਦਾ, ਮੇਰੇ ਬੱਚਿਆਂ ਦੇ ਵਾਸਤੇ, ਰੋਜੀ ਦੇ ਵਾਸਤੇ ਦੁਕਾਨ ਹੈ, ਹੱਟੀ ਹੈ, ਮੇਰੇ ਬੱਚੇ ਹੱਟੀ ਤੇ ਬੈਠਣਗੇ ਤੇ ਮੈਂ ਜੇਕਰ ਮੇਰਾ ਘਰ ਵਾਲਾ ਚਾਰ ਦੇ ਨਾਲ ਰੋਟੀ ਖਾ ਰਿਹਾ ਤੇ ਮੈਂ ਰਾਤ ਨੂੰ ਲੂਣ ਦੇ ਨਾਲ ਵੀ ਰੋਟੀ ਖਾ ਸਕਦੀ ਹਾਂ। ਮੇਰੇ ਕਹਿਣ ਤੋਂ ਭਾਵ ਅਸੀਂ ਗੁਰਸਿੱਖ ਬੀਬੀਆਂ ਨੂੰ ਦੇਖੀਏ, ਸਿਰਫ ਤੇ ਸਿਰਫ ਮਾਤਾ ਖੀਵੀ ਜੀ ਐਸੀ ਮੂਰਤ ਹਨ ਜਿਨ੍ਹਾਂ ਦਾ ਨਾਮ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਬਾਕੀ ਮਾਤਾਵਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਤਾਂ ਹੈ, ਪਰੰਤੂ ਕਿਸੇ ਦਾ ਨਾਮ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ। ਜੇ ਦਰਜ ਹੈ ਤੇ ਸੇਵਕ ਦੀ ਸੇਵਾ ਦੀ ਮੂਰਤ, ਸਿਦਕ ਦੀ ਮੂਰਤ, ਸੰਤੋਖ ਦੀ ਮੂਰਤ ਮਾਤਾ ਖੀਵੀ ਜੀ ਨੂੰ ਇਹ ਸਨਮਾਨ ਪ੍ਰਾਪਤ ਹੋਇਆ, ਜਿਸ ਕਰਕੇ ਉਹਨਾਂ ਦਾ ਨਾਮ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਔਰ ਉਹਨਾਂ ਦਾ ਨਾਮ ਇਤਿਹਾਸ ਵਿੱਚ ਵੀ ਦਰਜ। ਦੂਸਰੀ ਬੇਨਤੀ, ਮਾਤਾ ਖੀਵੀ ਜੀ ਦੇ ਘਰ ਦੇ ਵਿੱਚ ਬੱਚੀ ਨੇ ਜਨਮ ਲਿਆ, ਬੀਬੀ ਅਮਰੋ ਜੀ ਨੇ। ਬੀਬੀ ਅਮਰੋ ਦਾ ਮਾਂ ਨੇ ਕਿੰਨਾ ਕੁ ਉੱਚਾ ਸੁੱਚਾ ਆਚਰਣ ਬਣਾ ਦਿੱਤਾ, ਉਹਦੇ ਅੰਦਰ ਕਿੰਨੀ ਕੁ ਬਾਣੀ ਵਾੜ ਦਿੱਤੀ, ਉਹਦੇ ਹਿਰਦੇ ਦੇ ਵਿੱਚ, ਆਤਮਾ ਦੇ ਵਿੱਚ ਕਿੰਨੀ ਕੁ ਬਾਣੀ ਬਿਠਾ ਦਿੱਤੀ ਕਿ ਉਸ ਬੀਬੀ ਅਮਰੋ ਦੇ ਕੋਲੋਂ ਸੁਣ ਕੇ ਇੱਕ ਸ਼ਬਦ, ਕਰਨੀ ਕਾਗਦ ਮਨ ਮਸਵਾਨੀ, ਬੁਰਾ ਭਲਾ ਦੋਏ ਲੇਖ ਭਏ, ਬਾਬਾ ਅਮਰਦਾਸ ਜੀ ਦਾ ਹਿਰਦਾ ਵਿੰਨਿਆ ਗਿਆ। ਇੱਥੋਂ ਦੇਖੋ ਇੱਕ ਮਾਂ ਨੇ ਆਪਣੀ ਧੀ ਦੇ ਅੰਦਰ ਕਿੰਨੀ ਕੁ ਜ਼ਿਆਦਾ ਬਾਣੀ ਉਹਨੂੰ ਸਿਖਾਈ, ਕਿੰਨੀ ਕੁ ਉਹਨੂੰ ਸਾਧਨਾ ਕਰਾਈ ਕਿ ਉਸ ਧੀ ਦੀ ਰਸਨਾ ਤੋਂ ਉਚਾਰਿਆ ਹੋਇਆ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਅਮਰਦਾਸ ਨੂੰ ਗੁਰੂ ਅਮਰਦਾਸ ਉਹਨੇ ਬਣਾ ਦਿੱਤਾ। ਇਸ ਲਈ ਕਿਹਾ ਜਾਂਦਾ ਧੀਆਂ ਨੂੰ ਬਾਣੀ ਸਿਖਾਉਣੀ ਹੈ ਨਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਧੀਆਂ ਨੂੰ ਬਾਣੀ ਸਿਖਾ ਦੇਵਾਂਗੇ, ਜਿੱਥੇ ਆਪਣੇ ਪਿਓ ਦੇ ਘਰ ਦੇ ਵਿੱਚ ਉਹ ਧੀ ਬੱਚੀ ਬਾਣੀ ਪੜ੍ਹੇਗੀ, ਉੱਥੇ ਸਵਰਗ ਬਣਾ ਦੇਵੇਗੀ। ਜਦੋਂ ਆਪਣੇ ਬਾਪ ਦੇ ਘਰ ਚੋਂ ਚੱਲ ਕੇ ਉਹ ਸਹੁਰੇ ਘਰ ਜਾਵੇਗੀ ਨਾ, ਤੇ ਉੱਥੇ ਵੀ ਸਿੱਖੀ ਦਾ ਬੂਟਾ ਜਿਹੜਾ ਉਹ ਲਾ ਦੇਵੇਗੀ। ਕਹਿਣ ਤੋਂ ਭਾਵ ਬਾਬਾ ਬਲਵੰਡ ਜੀ ਫਰਮਾਉਂਦੇ, ਬਾਬਾ ਬਲਵੰਡ ਜੀ ਫਰਮਾਉਂਦੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੋਪਤ ਰਾਲੀ, ਫਿਰ ਕਰਦੀ ਕਿ ਇਹਦੀ ਛਾਂ ਜਿਹੜੀ ਹੈ ਉਹ ਬੜੀ ਠੰਡੀ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਮਾਂ ਨੂੰ ਬੜਾ ਸਤਿਕਾਰ ਦਿੱਤਾ ਗਿਆ। ਇਸੇ ਲਈ ਕਿਹਾ ਗਿਆ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ, ਅਗਲੀ ਪੰਕਤੀ ਦੇ ਨਾਲ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਵੀ। ਜਦੋਂ ਕਿਤੇ ਮਾਤਾ ਖੀਵੀ ਜੀ ਬਾਬਾ ਲਹਿਣਾ ਜੀ ਦੇ ਨਾਲ ਜਾਂਦੇ ਸੀ ਨਾ ਸੇਵਾ ਤੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ, ਤੇ ਉੱਥੇ ਮਾਤਾ ਸੁਲੱਖਣੀ ਜੀ ਨੂੰ ਜਦੋਂ ਸੇਵਾ ਕਰਦੇ ਦੇਖਦੇ ਸੀ ਨਾ, ਤੇ ਉਦੋਂ ਮਾਤਾ ਖੀਵੀ ਜੀ ਦੇ ਮਨ ਵਿੱਚ ਆਉਂਦਾ ਸੀ, ਹੇ ਪਰਮਾਤਮਾ, ਜਿਹੜੀ ਸੇਵਾ ਅੱਜ ਮਾਤਾ ਸੁਲੱਖਣੀ ਜੀ ਕਰ ਰਹੇ ਹਨ, ਕਿਤੇ ਐਸਾ ਸਮਾਂ ਆਵੇਗਾ ਕਿ ਇਹ ਸੇਵਾ ਮੇਰੀ ਝੋਲੀ ਵਿੱਚ ਵੀ ਪਵੇਗੀ। 1539 ਦੇ ਵਿੱਚ ਜਦੋਂ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦਾ ਰੂਪ ਧਾਰ ਕੇ ਖਡੂਰ ਸਾਹਿਬ ਆਏ, ਆ ਕਰਕੇ ਆਪਣੇ ਪਰਿਵਾਰ ਨੂੰ ਮਿਲੇ, ਤੇ ਪਰਿਵਾਰ ਨੂੰ ਮਿਲੇ ਤੇ ਮਾਤਾ ਖੀਵੀ ਨੇ ਪੁੱਛਿਆ
ਤੁਹਾਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਬਣਾ ਦਿੱਤਾ, ਆਪਣੀ ਜੋਤ ਟਿਕਾ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਵਾਸਤੇ ਵੀ ਕੁਝ ਭੇਜਿਆ, ਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਵਾਸਤੇ ਵੀ ਕੁਝ ਭੇਜਿਆ। ਉਤੋਂ ਫਿਰ ਬਾਬਾ ਲਹਿਰਾ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ, ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਚਵਰ ਤਖਤ ਸੀਗਾ ਉਹ ਤਾਂ ਮੇਰੇ ਸਿਰ ਦੇ ਉੱਪਰ ਝੁਲਾ ਦਿੱਤਾ, ਜਿਹੜੀ ਆਪਣੀ ਜੋਤ ਸੀ ਉਹ ਮੇਰੇ ਅੰਦਰ ਟਿਕਾ ਕੇ ਮੈਨੂੰ ਅੰਗਦ ਬਣਾ ਦਿੱਤਾ, ਮੈਨੂੰ ਗੁਰੂ ਅੰਗਦ ਬਣਾ ਦਿੱਤਾ, ਤੇ ਤੇਰੇ ਵਾਸਤੇ ਗੁਰੂ ਨਾਨਕ ਨੇ ਆ ਕੜਛਾ ਦਿੱਤਾ। ਕਹਿੰਦੇ ਕੜਛਾ, ਕਹਿੰਦੇ ਹਾਂ ਮੈਂ ਕਹਿੰਦੇ ਸ਼ਬਦ ਦਾ ਲੰਗਰ ਵੰਡਿਆ ਕਰਾਂਗਾ ਤੇ ਤੂੰ ਅੰਨ ਤੇ ਭੋਜਨ ਦਾ ਜਿਹੜਾ ਲੰਗਰ ਹੈ ਉਹ ਤੂੰ ਵੰਡਿਆ ਕਰੇਂਗੀ। ਇੱਥੇ ਫਿਰ ਬਾਬਾ ਬਲਵੰਡ ਜੀ ਫਰਮਾਉਂਦੇ ਲੰਗਰ ਦੌਲਤ ਵੰਡੀ ਹੈ। ਮਾਤਾ ਖੀਵੀ ਜੀ ਲੰਗਰ ਵਿੱਚ ਸੇਵਾ ਕਰਦੇ ਹਨ, ਦੌਲਤ ਔਰ ਕਿਸੇ ਗਰੀਬ ਨੂੰ ਜੇ ਕਿਸੇ ਦੀ ਜੁੱਤੀ ਟੁੱਟੀ ਹੈ, ਜੇ ਕਿਸੇ ਦਾ ਸੂਟ ਪਾਟਾ ਹੈ ਤੇ ਚੁੱਪ ਕਰਕੇ ਉਹਦੇ ਜੇਬੇ ਦੇ ਵਿੱਚ ਪੈਸੇ ਪਾ ਦਿੰਦੇ, ਪੁੱਤਰ ਕੱਲ ਨੂੰ ਤੂੰ ਜਦੋਂ ਗੁਰੂ ਘਰ ਆਉਣਾ ਨਾ ਸੋਹਣੀਆਂ ਚੱਪਲਾਂ ਪਾ ਕੇ ਆਵੀਂ, ਸੋਹਣਾ ਸੂਟ ਪਾ ਕੇ ਆਵੀਂ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਤੇ ਜਿਹੜੀ ਖੀਰ ਬਣਦੀ ਹੈ ਨਾ ਮਾਤਾ ਖੀਵੀ ਜੀ ਦੇ ਲੰਗਰਾਂ ਦੇ ਵਿੱਚ, ਬਾਬਾ ਲਹਿਣਾ ਜੀ ਦੇ ਲੰਗਰਾਂ ਦੇ ਵਿੱਚ, ਗੁਰੂ ਅੰਗਦ ਦੇਵ ਜੀ ਦੇ ਲੰਗਰਾਂ ਦੇ ਵਿੱਚ ਉਹ ਖੀਰ ਘਿਓ ਵਾਲੀ ਬਣਦੀ ਹੈ। ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ। ਹੁਣ ਜਿਹੜੇ ਗੁਰਸਿੱਖ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਨਾਲ ਜੁੜੇ ਹਨ ਉਹਨਾਂ ਦੇ ਮੁਖ ਉਜਲੇ। ਮੈਂ ਦੋ ਪ੍ਰਮਾਣ ਦੇ ਕੇ ਸਮਤਾ ਵੱਲ ਆਵਾਂ, ਕਿਹਨਾਂ ਦੇ ਮੁਖ ਉਜਲੇ ਹੁੰਦੇ ਹਨ? ਮਹਾਰਾਜ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਜਿਹੜੇ ਨਾਮ ਜਪਦੇ ਆ ਉਹਨਾਂ ਦੇ ਮੁਖ ਉਜਲੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇੱਕ ਹੋਰ ਪ੍ਰਮਾਣ ਦਿਆਂ, ਕਿਹਨਾਂ ਦੇ ਮੁਖ ਉਜਲੇ? ਸੱਚ ਰੱਤੇ ਮੁਖ ਉਜਲੇ, ਜਿਹੜੇ ਸੱਚ ਦੇ ਨਾਲ ਰੱਤੇ ਹੋਏ ਆ। ਸੱਚ ਰੱਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਦੂਸਰਾ ਪ੍ਰਮਾਣ ਇੱਕ ਹੋਰ ਦਿਆਂ, ਸੌਂਦੇ ਵਾਹ ਵਾਹ, ਜਿਹੜੇ ਸੌਂਦਿਆਂ ਵੀ ਵਾਹ ਵਾਹ ਜਪਦੇ ਆ। ਸੌਂਦੇ ਵਾਹ ਵਾਹ ਜਪਦੇ, ਉੱਠਦੇ ਵੀ ਵਾਹੋ ਕਰੇਨ, ਤੇ ਅੰਮ੍ਰਿਤ ਵੇਲੇ ਉੱਠ ਕੇ ਵੀ ਉਹਨਾਂ ਦੇ ਅੰਦਰੋਂ ਸੌਂਦੇ ਵਾਹ ਵਾਹ, ਜਿਨ੍ਹਾਂ ਦੇ ਅੰਦਰੋਂ ਵਾਹੋ ਵਾਹੋ ਜਿਹੜਾ ਸੌਣ ਲੱਗਿਆ ਵੀ ਰੱਬ ਦਾ ਨਾਮ ਲੈਂਦੇ ਆ। ਸੌਂਦੇ ਵਾਹ ਵਾਹ ਜਪਦੇ, ਉੱਠਦੇ ਵੀ ਵਾਹੋ ਕਰੇਨ। ਮਹਾਰਾਜ ਕਹਿੰਦੇ ਨਾਨਕ ਦੇ ਮੁਖ ਉਜਲੇ, ਜੇ ਨਿਤ ਉੱਠ ਸੰਭਾਲੇਨ। ਸੌਂਦੇ ਵਾਹ ਵਾਹ, ਸੌਣ ਲੱਗਿਆ ਵੀ ਵਾਹ ਵਾਹ, ਤੇ ਅੰਮ੍ਰਿਤ ਵੇਲੇ ਵੀ ਕਹਿੰਦੇ ਵਾਹ ਵਾਹ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਹੁੰਦੇ ਹਨ ਜੇ ਨਿਤ ਉੱਠ ਸੰਭਾਲੇਨ। ਮਹਾਰਾਜ ਬਾਬਾ ਬਲਵੰਡ ਜੀ ਫਰਮਾਉਂਦੇ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ, ਤੇ ਜਿਨ੍ਹਾਂ ਦਾ ਕੰਮ ਹੀ ਗੁਰੂ ਘਰ ਦੀ ਬਦਨਾਮੀ ਕਰਨੀ ਹੈ, ਉਹਨਾਂ ਦਾ ਰੰਗ ਪੀਲਾ। ਪੀਲਾ ਰੰਗ ਜਿਹੜਾ ਨਾ ਚਿਹਰੇ ਦਾ, ਉਹ ਮੌਤ ਦੀ ਨਿਸ਼ਾਨੀ, ਮਰੇ ਹੋਇਆਂ ਦੀ ਨਿਸ਼ਾਨੀ। ਮਹਾਰਾਜ ਫਰਮਾਉਂਦੇ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ। ਮਾਤਾ ਖੀਵੀ ਜੀ ਦੀ ਘਾਲ ਜਿਹੜੀ ਹੈ, ਉਹਨਾਂ ਨੇ ਮਰਦਾਂ ਦੇ ਵਾਂਗੂ ਘਾਲ ਕੀਤੀ, ਉਹਨਾਂ ਨੇ ਕਮਾਈ ਕੀਤੀ, ਤੇ ਉਹ ਵੀ ਕਹਿੰਦੇ ਗੁਰੂ ਅੰਗਦ ਦੇਵ ਜੀ ਦੇ ਨਾਲ ਪਰਮਾਤਮਾ ਦੇ ਘਰ ਵਿੱਚ ਕਬੂਲ ਹੋਏ ਹਨ। ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ। ਮਾਤਾ ਖੀਵੀ ਸਹੋ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਜੀ ਦੇ ਪਤੀ ਉਹ ਹਨ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਦਾ ਭਾਰ ਜਿਹੜਾ ਉਹ ਉਠਾਇਆ ਹੋਇਆ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। हे ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪਣੀ ਬਖਸ਼ਿਸ਼ ਕਰੋ, ਆਪਣੀ ਰਹਿਮਤ ਵਰਤਾਓ, ਤਾਂ ਜੋ ਇਹ ਜੋ ਮਹਾਮਾਰੀ ਸੰਸਾਰ ਦੇ ਉੱਪਰ ਆਪਣਾ ਗੁੱਸਾ, ਆਪਣਾ ਕਰੋਧ ਜਿਹੜਾ
वो ਜ਼ਾਹਰ कर रही है। आप ही अपनी बख्शिश के नाल इस हल पाओ। इन्नियां को बेनतियां प्रवान करनियां हुईयां भुलां चुकां खिमा करनियां। वाहिगुरू जी का खालसा वाहिगुरू जी की फतेह।